IBT AM ਤੇ ਤੁਹਾਡਾ ਸਭਨਾਂ ਦਾ ਸਵਾਗਤ ਹੈ ਜੀ। ਵੈਲਕਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ। ਜੋ ਇੱਕ ਖਾਸ ਗੱਲਬਾਤ ਲੈ ਕੇ ਹਾਜ਼ਰ ਹੋਏ ਜੀ। ਸਾਨੂੰ ਇਹ ਆਖਿਆ ਗਿਆ ਕਿ ਗੱਲਬਾਤ ਕਰਨੀ ਚਾਹੁੰਦੇ ਆ ਰੇਡੀਓ ਤੇ, ਔਰ ਕੋਈ ਵੀ ਕਮਿਊਨਿਟੀ ਦਾ ਮਸਲਾ ਹੋਵੇ, ਜਦੋਂ ਕੋਈ ਸਾਨੂੰ ਰਿਕੁਐਸਟ ਆਉਂਦੀ ਹੈ ਕਿ ਕੋਈ ਪਬਲਿਕ ਡੋਮੇਨ ਤੇ ਗੱਲ ਲਿਆਉਣੀ ਚਾਹੁੰਦੇ ਆ ਤੇ ਅਸੀਂ ਉਹਨੂੰ ਉਸ ਗੱਲ ਨੂੰ ਹਮੇਸ਼ਾ ਸਮਾਂ ਦਿੰਦੇ ਆ, ਟਾਈਮ ਦਿੰਦੇ ਆ। ਤੇ ਇਸ ਵਕਤ ਸਾਡੇ ਸਟੂਡੀਓ ਵਿੱਚ ਗੁਰਜੋਤ ਸਿੰਘ ਜੀ ਹਾਜ਼ਰ ਨੇ, ਜੋ ਕਿ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੇ। ਕਾਫੀ ਦੇਰ ਤੋਂ ਕਮਿਊਨਿਟੀ ਦੇ ਵੱਖ-ਵੱਖ ਜਿਹੜੀਆਂ ਸੇਵਾਵਾਂ 'ਚ ਜੁੜੇ ਹੋਏ ਨੇ, ਔਰ ਉਹਨਾਂ ਨੂੰ ਅਸੀਂ ਵੈਲਕਮ ਕਹਿੰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਜੀ, ਜੀ ਆਇਆਂ ਨੂੰ। ਬੁੱਟਰ ਸਾਹਿਬ, ਤੁਹਾਨੂੰ ਤੇ ਜਿੰਨੇ ਸਾਰੇ ਆਪਣੇ ਰੇਡੀਓ ਦੇ ਲਿਸਨਰ ਨੇ, ਸਾਰਿਆਂ ਨੂੰ ਜੀ ਮੈਂ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਸਾਨੂੰ ਆਖਿਆ ਜੀ ਕਿ ਰੇਡੀਓ ਦੇ ਟਾਈਮ ਚਾਹੀਦਾ, ਕੋਈ ਗੱਲਬਾਤ ਖਾਸ ਕਰਨੀ ਹੈ। ਕੀ ਕਾਰਨ ਹੈ ਜੀ? ਕੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ? ਕੀ ਹੈ ਤੁਹਾਡਾ ਜਿਹੜਾ ਅੱਜ ਦਾ ਆਉਣ ਦਾ ਮਕਸਦ? ਬਿਲਕੁਲ ਬੁੱਟਰ ਸਾਹਿਬ, ਦੇਖੋ ਪਹਿਲੀ ਤਾਂ ਗੱਲ ਆ, ਮੈਂ ਤੁਹਾਡਾ ਥੈਂਕ ਯੂ ਕਰਦਾ ਕਿਉਂਕਿ ਅਸੀਂ ਤੁਹਾਡੇ ਨਾਲ ਟੱਚ ਹਾਂ ਐਜ਼ ਏ ਮੀਡੀਆ ਦੇ ਤੌਰ ਤੇ। ਤੁਸੀਂ ਲੰਮੇ ਸਮੇਂ ਤੋਂ ਐਡਮਿੰਟਨ ਦੇ ਵਿੱਚ ਬਹੁਤ ਸੀਮਤ ਸਾਧਨਾਂ ਨਾਲ ਤੁਸੀਂ ਸੇਵਾਵਾਂ ਜਿਹੜੀਆਂ ਉਹ ਕਮਿਊਨਿਟੀ ਨੂੰ ਮੁਹੱਈਆ ਕੀਤੀਆਂ ਨੇ। ਅੱਜ ਤੋਂ ਮੈਂ 15 ਸਾਲ ਪਹਿਲਾਂ ਤੋਂ ਮੈਂ ਲਗਾਤਾਰ ਤੁਹਾਡਾ ਦੇਖ ਰਿਹਾ ਵੀ ਤੁਸੀਂ ਤਕੜੇ ਹੋ ਕੇ ਇਹ ਚੀਜ਼ਾਂ ਕਰ ਰਹੇ ਹੋ ਬਿਨਾਂ ਪੱਖਪਾਤ ਤੋਂ। ਤੇ ਇਹਦੇ ਲਈ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ, ਤੇ ਹੁਣ ਜਿਹੜੀ ਤਾਜ਼ਾ ਤੁਹਾਡੀ ਸਾਰੀ ਮੈਨੇਜਮੈਂਟ ਆ ਉਹਦਾ ਸਾਰੀ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ। ਤੇ ਬੁੱਟਰ ਸਾਹਿਬ ਦੇਖੋ, ਗੱਲ ਇਹ ਸੀਗੀ ਵੀ 2015 ਤੋਂ ਲੈ ਕੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਤੋਂ ਪਹਿਲਾਂ ਵੀ ਕੇਸ ਚੱਲਦਾ ਸੀਗਾ। ਗੁਰੂ ਨਾਨਕ ਸਿੱਖ ਸੁਸਾਇਟੀ ਆਫ ਅਲਬਰਟਾ ਦਾ ਜਿਹੜਾ ਸੈਂਟ ਅਲਬਰਟਾ ਟ੍ਰੇਲ ਤੇ ਆਪਣਾ ਸਭ ਤੋਂ ਪੁਰਾਣਾ ਐਡਮਿੰਟਨ ਦਾ ਗੁਰਦੁਆਰਾ ਸਾਹਿਬ। ਠੀਕ ਹੈ, ਠੀਕ ਹੈ। ਦੇਖੋ ਘੱਟੋ ਘੱਟ ਮੇਰਾ ਖਿਆਲ ਆ ਵੀ ਦੋਨੇ ਧਿਰਾਂ ਦਾ 7-8 ਲੱਖ ਡਾਲਰ ਕੋਰਟ ਦੇ ਵਿੱਚ ਲੱਗਿਆ। ਤੇ ਕੋਰਟ ਨੇ ਉੱਥੇ ਸਾਨੂੰ ਇਹ ਰਿਲੀਫ ਦਿੱਤਾ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਵਰੀ ਈਅਰ ਇਲੈਕਸ਼ਨ ਕਰਵਾਓ। ਠੀਕ ਹੈ। ਤੇ ਉਹ ਇਲੈਕਸ਼ਨ ਕੋਰਟ ਨੇ ਆਪਣੀ ਨਿਗਾਹ 'ਚ ਕਰਵਾਈ। ਲਗਭਗ 4000 ਸਿੱਖ ਸੰਗਤਾਂ ਨੇ ਉਹਦੇ ਵਿੱਚ ਭਾਗ ਲਿਆ। ਬਹੁਤ ਵੱਡਾ ਮਾਰਜਨ ਸੀਗਾ ਜੀ। ਤੇ 7 ਲੱਖ ਦੇ ਕਰੀਬ ਜਿਹੜੀ ਮੈਂਬਰਸ਼ਿਪ ਆ ਉਹ ਗੁਰਦੁਆਰਾ ਸਾਹਿਬ ਨੂੰ ਉੱਥੇ ਕਲੈਕਟ ਹੋਈ ਆ। ਉਹਦੇ ਵਿੱਚ ਦੇਖੋ ਜਿਹੜੀ ਬਜ਼ੁਰਗਾਂ ਦੀ ਸੀਗੀ ਉਹ $50 ਸੀਗੀ, ਤੇ $250 ਜਿਹੜੀ ਸੀਗੀ ਐਨੂਅਲ ਮੈਂਬਰਸ਼ਿਪ ਉਹ ਸਭ ਤੋਂ ਵੱਧ ਮਿਲੀ ਆ। 4000 ਦੇ ਵਿੱਚੋਂ 3700-3800 ਟੋਟਲ ਹੋਈ ਸੀ। ਲਗਭਗ 3500 ਜਿਹੜੀ ਆ ਉਹ ਬਜ਼ੁਰਗਾਂ ਦੀ ਤੇ ਜਾਂ ਐਨੂਅਲ, ਕਿਉਂਕਿ ਉਹ ਘੱਟ ਸੀਗੀ, ਲੋਕਾਂ ਨੇ ਵੱਧ ਇੰਟਰਸਟ ਦਿਖਾਇਆ ਉਹਦੇ ਵਿੱਚ। ਠੀਕ ਹੈ। ਜਿਹੜੀ 500 ਵਾਲੀ ਸੀ ਲਾਈਫ ਮੈਂਬਰ, ਉਹ ਬਹੁਤ ਘੱਟ ਲੋਕਾਂ ਨੇ ਲਈ ਆ ਉਹਦਾ ਜੀ। ਠੀਕ ਹੈ। ਤੇ ਉਹ 2015 ਦੇ ਵਿੱਚ ਇਲੈਕਸ਼ਨ ਹੋਈ ਆ, ਤੇ 2018 ਦੇ ਵਿੱਚ ਫਿਰ ਇਲੈਕਸ਼ਨ ਹੋਈ ਆ। ਠੀਕ ਹੈ। ਉਹਦੇ ਵਿੱਚ ਜਿਹੜਾ ਬਾਈਲਾ ਸੀਗਾ ਉਹਨੂੰ ਚੇਂਜ ਕਰਕੇ ਜਿਹੜੀ ਸਭ ਤੋਂ ਵੱਧ ਮੈਂਬਰਸ਼ਿਪ ਬਣੀ ਸੀਗੀ ਐਨੂਅਲ, ਉਹ ਕੈਂਸਲ ਕਰਤੀ। ਤੇ ਜਿਹੜੀ ਬਜ਼ੁਰਗਾਂ ਦੀ ਸੀਗੀ $50 ਉਹ ਕੈਂਸਲ ਕਰਤੀ। ਤੇ ਉਦੋਂ ਕੋਈ ਮੈਂਬਰਸ਼ਿਪ ਨਹੀਂ ਜੀ ਬਣੀ 2018 ਦੀ ਇਲੈਕਸ਼ਨ ਦੇ ਵਿੱਚ। ਇਲੈਕਸ਼ਨ ਠੀਕ ਹੋਈ ਆ, ਉਹਦੇ ਵਿੱਚ ਊਣਤਾਈਆਂ ਰਹੀਆਂ, ਪਰ ਅਸੀਂ ਉਦੋਂ ਵੀ ਇਹੀ ਬੇਨਤੀ ਕੀਤੀ ਸੀ, ਚਲੋ ਵੀ ਤੁਸੀਂ ਕਰ ਰਹੇ ਹੋ, ਕਿਉਂਕਿ ਜਿਹੜੇ ਬੰਦੇ ਇਲੈਕਸ਼ਨ ਦੇ ਵਿੱਚ ਰਨ ਕਰ ਰਹੇ ਸੀ ਉਹਨਾਂ ਦੇ ਰਿਲੇਟਿਵ, ਜਾਂ ਆਪਾਂ ਕਹਿ ਲਈਏ ਵੀ ਜੇ ਫਾਦਰ ਲੜ ਰਹੇ ਆ ਤਾਂ ਉਹਨਾਂ ਦਾ ਬੇਟਾ ਇਲੈਕਸ਼ਨ ਕਮੇਟੀ 'ਚ ਆ ਗਿਆ। ਉਹ ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਇਹ ਗੁੱਡ ਜਿਹੜੀ ਚੀਜ਼ ਨਹੀਂ ਹੈਗੀ। ਵੀ ਆਪਾਂ ਹੁਣ ਕਿੰਨੀ ਕਮਿਊਨਿਟੀ ਵੱਡੀ ਆ, ਤੁਸੀਂ ਸਾਂਝੇ ਬੰਦੇ ਲਾਓ, ਇਲੈਕਸ਼ਨ ਫੇਅਰਲੀ ਕਰਾਓ, ਤੇ ਲੋਕਾਂ ਦਾ ਇੰਟਰਸਟ ਬਣਿਆ ਰਵੇ, ਉਹਦੇ ਵਿੱਚ ਫੇਥ ਬਣਿਆ ਰਵੇ। ਚਲੋ ਉਹ ਇਲੈਕਸ਼ਨ ਲੰਘੀ ਜੀ, ਕੋਈ ਕੋਰਟ 'ਚ ਨਹੀਂ ਗਏ, ਚਲੋ ਰੌਲਾ ਵੀ ਪਿਆ ਉਦੋਂ, ਹਨਾ। ਪਰ ਉਹ ਤੋਂ ਬਾਅਦ ਆਉਂਦਿਆਂ ਹੁਣ ਕੀ ਹੋਇਆ ਜੀ, ਆ ਪਿਛਲੇ 2020 ਦੇ ਵਿੱਚ ਟਰਮ ਪੂਰੀ ਹੋਣੀ ਸੀਗੀ 2020 ਦੇ ਵਿੱਚ। ਹਾਂਜੀ। ਸਤੰਬਰ ਦੇ ਵਿੱਚ ਲਾਸਟ 30 ਸਤੰਬਰ ਨੂੰ ਡੇਟਾਂ ਸੀਗੀਆਂ ਵੀ ਤੁਸੀਂ ਵੋਟਾਂ 30 ਸਤੰਬਰ ਤੱਕ ਬਣਾ ਸਕਦੇ ਹੋ। ਠੀਕ ਹੈ। ਅਸੀਂ ਮਈ ਤੋਂ ਲੈ ਕੇ ਜੂਨ ਤੱਕ ਟਰਾਈ ਕੀਤੀ ਵੀ ਸਾਨੂੰ ਫਾਰਮ ਦਿਓ। ਪਹਿਲਾਂ ਤਾਂ ਸਾਨੂੰ ਫਾਰਮ ਨਹੀਂ ਜੀ ਦਿੱਤੇ ਗਏ। ਜਦੋਂ ਸਾਨੂੰ ਜੂਨ ਦੇ ਵਿੱਚ ਫਾਰਮ ਦਿੱਤੇ ਗਏ ਤਾਂ ਇੱਕ ਸਾਨੂੰ ਲੈਟਰ ਦੇ ਦਿੱਤਾ, ਨਾ ਉਹਦੇ ਉੱਤੇ ਡੇਟ ਆ, ਨਾ ਕਿਸੇ ਦੇ ਸਾਈਨ ਆ। ਉਹ ਕਹਿੰਦੇ ਜੀ ਹੁਣ ਸਾਡੀ ਮੈਂਬਰਸ਼ਿਪ ਫੀਸ ਆ ਜਿਹੜੀ $5100 ਹੋ ਗਈ ਆ। ਅੱਛਾ ਜੀ। ਜਦੋਂ ਅਸੀਂ ਇਸ ਚੀਜ਼ ਨੂੰ ਲੈ ਕੇ ਫਿਰ ਸਾਨੂੰ ਕੋਰਟ 'ਚ ਜਾਣਾ ਪਿਆ ਵੀ ਹੁਣ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ। ਉਹ ਕਹਿੰਦੇ $5100 ਤਾਂ ਬੁੱਟ ਸਾਹਿਬ ਬਹੁਤ ਜ਼ਿਆਦਾ ਮੈਂਬਰਸ਼ਿਪ ਫੀਸ ਕੋਈ ਅਫੋਰਡ ਨਹੀਂ ਸੀ ਕਰ ਰਿਹਾ, ਕੋਵਿਡ ਦਾ ਸਮਾਂ ਸੀ। ਫਿਰ ਅਸੀਂ ਇਸੇ ਚੀਜ਼ ਨੂੰ ਲੈ ਕੇ ਫਿਰ ਅਸੀਂ ਇਹਦੀ ਸਾਰੀ ਘੋਖ ਕੀਤੀ ਵੀ ਇਹਨਾਂ ਨੂੰ ਰਾਈਟਸ, ਇਹ ਕਹਿੰਦੇ ਸਾਨੂੰ ਰਾਈਟਸ ਮਿਲਿਆ ਬਾਈਲਾ ਦੇ ਵਿੱਚ ਵੀ ਜਿਹੜੀ ਕਮੇਟੀ ਆ ਉਹ ਟਾਈਮ ਟੂ ਟਾਈਮ ਮੈਂਬਰਸ਼ਿਪ ਜਿਹੜੀ ਵਧਾ ਘਟਾ ਸਕਦੀ ਆ। ਫਿਰ ਅਸੀਂ ਉਹਦਾ ਦੇਖਿਆ ਵੀ ਇਹ ਹੋਇਆ ਕੀ। ਫਿਰ ਅਸੀਂ ਜਿਹੜਾ ਬਾਈਲਾ ਪਾਸ ਕਰਨਾ ਸੀ ਉਧਰ ਨੂੰ ਵਧੇ। ਜਦੋਂ ਉੱਥੇ ਦੇਖਿਆ ਵੀ ਸੰਗਤਾਂ ਤਾਂ ਇਹਨਾਂ ਰਾਈਟਸ ਇਹਨਾਂ ਨੂੰ ਦੇ ਨਹੀਂ ਸਕਦੀਆਂ, ਜਦੋਂ ਉਹ ਦੇਖਿਆ ਜੀ ਜਿਹੜਾ ਬਾਈਲਾ ਪਾਸ ਕਰਾਇਆ ਜਿਹਦੇ ਵਿੱਚ ਇਹਨਾਂ ਨੂੰ ਰਾਈਟਸ ਮਿਲਿਆ, ਉਹਦੇ ਵਿੱਚ ਇਹਨਾਂ ਨੂੰ ਜੀ 135 ਬੰਦੇ ਚਾਹੀਦੇ ਸੀਗੇ ਕੋਰਮ ਪੂਰਾ ਕਰ ਲਈ। ਸਿਰਫ ਉਹਦੇ ਵਿੱਚ 100 ਮੈਂਬਰ ਨੇ ਜੀ, ਜਿਹੜਾ ਔਨ ਰੈਕਡ ਜਿਹੜਾ ਪੇਪਰ ਵਰਕ ਆ ਜੀ। 100 ਮੈਂਬਰ, ਉਦਾਂ ਇਹਨਾਂ ਨੇ 175 ਬੰਦਿਆਂ ਦੇ ਸਾਈਨ ਆ ਜੀ, ਪਰ ਸਿਰਫ 100 ਮੈਂਬਰ ਆ ਜਿਹੜੇ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਮੈਂਬਰ ਸੀਗੇ।
ਠੀਕ ਹੈ, ਤਾਂ ਕੋਰਮ ਪੂਰਾ ਨਹੀਂ ਹੁੰਦਾ, ਕੋਰਮ ਪੂਰਾ ਨਹੀਂ ਸੀ ਜੀ ਹੁੰਦਾ। ਤੇ ਉਹ ਚੀਜ਼ ਨੂੰ ਲੈ ਕੇ ਫਿਰ ਦੋਨੇ ਚੀਜ਼ਾਂ ਅਸੀਂ ਦੇਖੀਆਂ, ਕਿਉਂਕਿ ਫਿਰ ਅਸੀਂ ਕੋਰਟ 'ਚ ਗਏ ਆ ਤੇ ਫਿਰ ਉੱਥੋਂ ਸ਼ੁਰੂਆਤ ਹੋਈ ਹੈ ਸਾਡੀ ਜੀ। ਠੀਕ ਹੈ ਜੀ। ਸੋ ਅਗਰ ਆਪਾਂ ਸਮ ਅਪ ਕਰੀਏ ਤੇ ਤੁਹਾਨੂੰ ਲੱਗਦਾ ਜੀ ਕਿ ਜਿਹੜੀ ਫੀਸ ਵਧਾਈ ਹੈ ਹਾਂਜੀ, ਉਹਨੂੰ ਲੈ ਕੇ ਤੇ ਜਿਹੜੀ ਤੁਹਾਡੇ ਦੋ ਇਸ਼ੂਜ਼ ਨੇ ਕਿ ਇੱਕ ਫੀਸ 5100 ਕਿਉਂ ਕਰ ਦਿੱਤੀ, ਹਾਂਜੀ 5000 5100 ਜਿੰਨੀ ਵੀ ਕੀਤੀ ਹੈ, ਹਾਂਜੀ, ਤੇ ਦੂਜਾ ਤੁਹਾਡਾ ਇਹ ਹੈ ਜੀ ਕਿ ਉਹ ਜਿਹੜੀ ਫੀਸ ਵਧਾਉਣ ਦੀ ਐਗਜ਼ੈਕਟਿਵ ਕਮੇਟੀ ਨੂੰ ਜਿਹੜੀ ਮਿਲੀ ਹੈਗੀ ਤਾਕਤ, ਹਾਂਜੀ, ਉਹ ਜਿਹੜਾ ਰੈਜ਼ੋਲੂਸ਼ਨ ਪਾਇਆ ਗਿਆ ਉਹ ਸਹੀ ਨਹੀਂ ਪਾਇਆ ਗਿਆ, ਉਹ ਚ ਕੋਰਮ ਪੂਰਾ ਨਹੀਂ ਸੀ, ਹਾਂਜੀ, ਜਦ ਕਿ ਜਨਰਲ ਬੋਡੀ ਮੀਟਿੰਗ ਹੀ ਇਹ ਫੈਸਲੇ ਲੈ ਸਕਦੀ ਹੈ ਹਾਂਜੀ, ਜਿਹਦੇ ਵਿੱਚ ਤੁਸੀਂ ਫੀਸ ਵਧਾਉਣੀ ਹੈ ਕਿ ਘਟਾਉਣੀ ਹੈ ਕਿ ਕੀ ਕਰਨਾ ਹੈ, ਪਰ ਉਹ ਐਗਜ਼ੈਕਟਿਵ ਕਮੇਟੀ ਨੂੰ ਰਾਈਟਸ ਦੇ ਦਿੱਤੇ ਗਏ ਜਦੋਂ ਕਿ ਕੋਰਮ ਪੂਰਾ ਨਹੀਂ ਸੀ। ਇਹਨਾਂ ਦੋ ਮੁੱਦਿਆਂ ਤੁਸੀਂ ਕੋਰਟ 'ਚ ਗਏ ਹੋ। ਬਿਲਕੁਲ ਜੀ। ਔਰ ਜਿਹੜਾ ਕੋਰਟ 'ਚ ਤੁਹਾਡਾ ਜਾਣਾ ਹੈ, ਯੂਜਲੀ ਇਹ ਹੁੰਦਾ ਗੁਰਜੋਤ ਸਿੰਘ ਜੀ ਕਿ ਜਦੋਂ ਕੋਰਟ 'ਚ ਕੇਸ ਲੱਗਾ ਹੋਵੇ ਤੇ ਅਸੀਂ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦੇ ਹਾਂ, ਹਾਂਜੀ, ਅਸੀਂ ਉਹਦੀ ਆਊਟਕਮ ਦੀ ਵੇਟ ਕਰਦੇ ਹਾਂ, ਅਸੀਂ ਉਹਦੇ ਫੈਸਲਿਆਂ ਦੀ ਵੇਟ ਕਰਦੇ ਹਾਂ, ਕੱਲ ਨੂੰ ਸੁਣਵਾਈ ਹੈ। ਕੀ ਕਾਰਨ ਹੈ ਤੁਹਾਡਾ ਅੱਜ ਇਹ ਗੱਲ ਇੱਥੇ ਲਿਆਉਣ ਦਾ? ਜੇ ਕੱਲ ਨੂੰ ਸੁਣਵਾਈ ਹੈ, ਕੋਰਟ ਸੁਣ ਰਹੀ ਹੈ, ਕੈਨੇਡਾ ਇੱਕ ਬੜਾ ਕਾਨੂੰਨ ਪ੍ਰਧਾਨ ਦੇਸ਼ ਹੈ, ਆਪਾਂ ਨੂੰ ਯਕੀਨ ਹੈ ਕਾਨੂੰਨ ਤੇ, ਤਾਂ ਹੀ ਆਪਾਂ ਕਾਨੂੰਨ 'ਚ ਗਏ ਨਾ, ਬਿਲਕੁਲ ਜੀ, ਤਾਂ ਹੀ ਆਪਾਂ ਅਦਾਲਤ 'ਚ ਗਏ ਆ, ਤੇ ਆਪਾਂ ਉਹਦਾ ਇੰਤਜ਼ਾਰ ਕਿਉਂ ਨਹੀਂ ਕਰਦੇ ਵੀ ਉਹਦਾ ਫੈਸਲਾ ਆਵੇ ਤੇ ਫਿਰ ਇਹ ਗੱਲ ਕੀਤੀ ਜਾਵੇ? ਪਹਿਲਾਂ ਕਿਉਂ ਆਪਾਂ ਗੱਲ ਪਬਲਿਕ ਡੋਮੇਨ ਤੇ ਲਿਆਉਣਾ ਚਾਹੁੰਦੇ ਆ? ਭੁੱਟ ਸਾਹਿਬ ਦੇਖੋ, ਮੈਂ ਇੰਡੀਵਿਜੂਅਲ ਤੌਰ ਤੇ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੀਗੀਆਂ ਵੀ ਆਪਾਂ ਇਹਨਾਂ ਨਾਲ ਮਿਲ ਕੇ ਹੱਲ ਕੱਢੀਏ। ਫਿਰ ਉਹਨਾਂ ਨੇ ਮੈਨੂੰ ਟਾਈਮ ਦੇਣਾ, ਕਮੇਟੀ ਨੇ ਬੰਦ ਕਰਤਾ ਜੀ। ਫਿਰ ਮੈਂ ਸੰਗਤ ਦੇ ਵਿੱਚ ਵੀ ਉਹਨਾਂ ਨੂੰ ਬੇਨਤੀ ਕੀਤੀ ਵੀ ਜਦੋਂ ਇਲੈਕਸ਼ਨ ਕਮੇਟੀ ਬਣੀ ਵੀ ਤੁਸੀਂ ਜੀ ਇਹ ਬੰਦੇ ਨਾਲ ਦੁਬਾਰਾ ਲਿਓ ਵੀ ਸਾਰਿਆਂ ਦਾ ਭਰੋਸਾ ਬਣਿਆ ਰਵੇ। ਚਲੋ ਜੇ ਤੁਸੀਂ ਮੈਂਬਰਸ਼ਿਪਾਂ ਸਾਡੀਆਂ ਨਹੀਂ ਵੀ ਬਣਾਈਆਂ ਤਾਂ ਆਪਾਂ ਇਹਦੇ ਨਾਲ, ਪਰ ਆਪਾਂ ਕੋਰਟ 'ਚ ਨਾ ਜਾਈਏ, ਆਪਾਂ ਇਹਦਾ ਹੱਲ ਕੱਢ ਲਾਂਗੇ ਇੱਥੇ, ਹਨਾ। ਪਰ ਉਹਨਾਂ ਨੇ ਜੀ ਮੇਰੇ ਤੇ ਬੈਨ ਹੀ ਲਾਤਾ। ਠੀਕ ਹੈ, ਮੇਰੀ ਮੇਰੀ ਮੈਂਬਰਸ਼ਿਪ, ਜਦ ਕਿ ਗੁਰਦੁਆਰਾ ਸਾਹਿਬ ਦਾ ਬਾਈ ਲਾ ਜਿਹੜਾ ਇਹਨਾਂ ਨੇ ਉਦਾਂ ਵੀ ਪਾਸ ਕਰਾਇਆ ਉਹ ਵੀ ਅਲਾਉ ਨਹੀਂ ਕਰਦਾ। ਮੈਂ ਉੱਥੇ ਹੀ ਲਾ ਰਿਹਾ ਵੀ ਮੈਂ ਕਿਉਂ ਆਇਆ ਅੱਜ ਇੱਥੇ, ਨਾ ਜੀ। ਤੇ ਮੇਰੇ ਤੇ ਬੈਨ ਲਾਤਾ, ਉੱਥੇ ਮੈਂ ਜਾ ਨਹੀਂ ਸਕਦਾ, ਮੈਂ ਗੱਲ ਨਹੀਂ ਕਰ ਸਕਦਾ, ਤੇ ਮੇਰੀ ਮੈਂਬਰਸ਼ਿਪ ਕੈਂਸਲ ਕਰਤੀ। ਹਾਲਾਂਕਿ ਬਾਈਲਾ ਕਹਿ ਰਿਹਾ ਵੀ ਤੁਸੀਂ ਜਨਰਲ ਬੋਡੀ ਦੀ ਮੀਟਿੰਗ ਤੋਂ ਬਿਨਾਂ ਕਰ ਨਹੀਂ ਸਕਦੇ ਮੈਂਬਰਸ਼ਿਪ ਕੈਂਸਲ। ਓਕੇ। ਤੇ ਉਸ ਤੋਂ ਬਾਅਦ ਜਿਹੜੀ ਅੱਜ ਆਪਣੀ ਇੱਥੇ ਆਉਣ ਦਾ ਕਾਰਨ ਦੇਖੋ, ਹੁਣ ਕੋਰਟ ਦੇ ਵਿੱਚ ਕੱਲ ਨੂੰ ਜਿਹੜਾ ਕੇਸ ਆ 10 ਨਵੰਬਰ ਨੂੰ ਆ ਜਿਹੜਾ, ਡਾਕਟਰ ਸਾਹਿਬ ਇਹ ਬਹੁਤ ਵੱਡੀ ਗੱਲ ਆ। ਮੈਂ ਤਾਂ ਇੱਥੇ ਜ਼ਰੂਰੀ ਸਮਝਿਆ ਵੀ ਸਿੱਖ ਸੰਗਤਾਂ ਨੂੰ ਅਵੇਅਰ ਕਰਨਾ ਚਾਹੀਦਾ। ਅੱਜ ਦੀ ਘੜੀ ਤੱਕ ਵੀ ਇਹਨਾਂ ਕਮੇਟੀ ਨੂੰ ਇਸ ਗੱਲ ਸੋਚਣੀ ਚਾਹੀਦੀ ਆ, ਕਿਉਂਕਿ ਜਦੋਂ ਕੋਰਟ ਦੇ ਵਿੱਚੋਂ ਡਿਸੀਜਨ ਹੋ ਜਾਂਦੇ ਨੇ ਜੀ, ਉਹ ਡਿਸੀਜਨ ਪਰਮਾਨੈਂਟਲੀ ਹੋ ਜਾਂਦੇ ਨੇ। ਜਦੋਂ ਕੋਈ ਅੱਗੇ ਵੀ ਕਿਸੇ, ਜਿਹਨਾਂ ਨੂੰ ਸਾਰੇ ਕੈਨੇਡਾ ਦੇ ਗੁਰਦੁਆਰਾ ਸਾਹਿਬਾਂ ਤੇ ਉਹ ਲਾਗੂ ਹੋਣੇ ਆ ਜੀ। ਹੁਣ ਇਹਨਾਂ ਨੇ ਐਪਲੀਕੇਸ਼ਨ, ਜਿਹੜੇ ਮੈਂ ਤੁਹਾਨੂੰ ਮੁੱਦੇ ਦੱਸਿਆ, ਇਹਨਾਂ ਨੂੰ ਛੱਡ ਕੇ ਇੱਕ ਐਪਲੀਕੇਸ਼ਨ ਨਵੀਂ ਪਾਤੀ ਜੀ ਇਹਨਾਂ ਨੇ, ਜਿਹਦੀ ਕੱਲ ਨੂੰ ਸਾਡੀ ਫੁੱਲ ਡੇ ਦੀ ਹੀਅਰਿੰਗ ਆ। ਉਹ ਸਾਨੂੰ 6 ਮਹੀਨਿਆਂ ਬਾਅਦ ਟਾਈਮ ਮਿਲਿਆ ਜੀ, ਜੱਜ ਨੇ ਦਿੱਤਾ, ਪੂਰੇ ਫੁੱਲ ਡੇ ਹੋਣੀ ਆ ਹੀਅਰਿੰਗ ਉਹਦੀ। ਇਹ ਕਹਿੰਦੇ ਜੀ ਸਾਡੀ ਇਹ ਪ੍ਰਾਈਵੇਟ ਆਰਗੇਨਾਈਜੇਸ਼ਨ ਆ। ਇਹ ਦੇਖੋ ਬਹੁਤ ਵੱਡੀ ਗੱਲ ਆ। ਗੁਰਦੁਆਰਾ ਸਾਹਿਬ 1984 ਤੋਂ ਤੁਸੀਂ ਇੱਥੇ ਪੁਰਾਣੇ ਹੋ, ਤੁਹਾਨੂੰ ਪਤਾ ਕਿੰਨੀਆਂ ਕਮੇਟੀਆਂ ਬਦਲੀਆਂ, ਕਿੰਨੇ ਬੰਦੇ ਆਏ, ਕਿੰਨੇ ਗਏ, ਹਨਾ ਜੀ। ਇਹ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਸਾਨੂੰ ਮਹਿਸੂਸ ਹੋ ਰਿਹਾ ਵੀ ਜੇ ਕੱਲ ਨੂੰ ਉੱਥੇ ਕੋਰਟ ਦੇ ਵਿੱਚੋਂ ਫੈਸਲਾ ਆਉਂਦਾ, ਅਸੀਂ ਸਿੱਖ ਸੰਗਤਾਂ ਨੂੰ ਇਹ ਅਵੇਅਰ ਕਰਨ ਦਾ ਆਪਣਾ ਮਨ ਸਮਝਿਆ ਵੀ ਕੱਲ ਨੂੰ ਸਾਨੂੰ ਕੋਈ ਦੋਸ਼ੀ ਨਾ ਸਮਝਿਆ ਜਾਵੇ। ਅੱਜ ਦੀ ਘੜੀ ਵੀ ਜੇ ਕਮੇਟੀ ਇਸ ਗੱਲ ਨੂੰ ਵਾਪਸ ਲਵੇ, ਕਿਉਂਕਿ ਗੁਰਦੁਆਰਾ ਸਾਹਿਬ ਪਬਲਿਕ ਦੇ ਆ। ਜੇ ਕੋਰਟ ਕੋਈ, ਮੈਨੂੰ ਨਹੀਂ ਪਤਾ, ਕੋਈ ਟੈਕਨੀਕਲ ਪੁਆਇੰਟ ਹੋ ਸਕਦੇ ਆ, ਕੋਈ ਜੇ ਫੈਸਲਾ ਕਰ ਦਿੰਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਕਮੇਟੀਆਂ ਨੇ ਗੁਰਦੁਆਰੇ ਉਹ ਪ੍ਰਾਈਵੇਟ ਹੋ ਜਾਣੇ ਆ। ਜਿਹੜੀਆਂ ਕਮੇਟੀਆਂ ਹੋਣਗੀਆਂ ਜੀ ਉਹ ਓਨ ਕਰਿਆ ਕਰਨਗੀਆਂ। ਇਹ ਬਹੁਤ ਵੱਡਾ ਇਸ਼ੂ ਆ। ਅਸੀਂ ਕਮਿਊਨਿਟੀ ਦੇ ਵਿੱਚ ਲੈ ਕੇ ਆਏ ਆ ਵੀ ਇਹਨਾਂ ਨੂੰ, ਅੱਜ ਵੀ ਕਮੇਟੀ ਨੂੰ ਹੱਥ ਜੋੜ ਕੇ ਅਸੀਂ ਵੀ ਬੇਨਤੀ ਕੀਤੀ ਹੈ, ਸਾਡੇ ਤੇ ਬੈਨ ਲੱਗੇ ਆ। ਅਸੀਂ ਕਹਿੰਦੇ ਆ ਜੇ ਸੰਗਤੀ ਰੂਪ ਦੇ ਵਿੱਚ ਐਡਮਿੰਟਨ ਦੀਆਂ ਸੰਗਤਾਂ ਜ਼ਰੂਰ ਇਹਨਾਂ ਨਾਲ ਗੱਲ ਕਰਨ, ਚਲੋ ਕੇਸ ਦੂਜਾ ਲੜ ਲੈਣ ਜੇ ਇਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਰਾਈਟਸ ਆ। ਪਰ ਆ ਜਿਹੜੀ ਚੀਜ਼ ਐਪਲੀਕੇਸ਼ਨ ਸੀਗੀ, ਇਹ ਬਹੁਤ ਵੱਡਾ ਇਸ਼ੂ ਆ ਜੀ, ਇਸ ਕਰਕੇ ਅਸੀਂ ਉਠਾਉਣ ਦੀ ਕੋਸ਼ਿਸ਼ ਕੀਤੀ। ਅਦਾਲਤ 'ਚ ਪਹਿਲਾਂ ਤੁਸੀਂ ਗਏ ਕਿ ਉਹ ਗਏ ਹੋ? ਅਦਾਲਤ ਜੀ ਅਸੀਂ ਗਏ ਆ। ਤੁਸੀਂ ਗਏ? ਹਾਂਜੀ। ਪਹਿਲਾਂ ਜਿੱਦਾਂ ਹੁਣ ਤੁਸੀਂ ਚਾਹੁੰਦੇ ਹੋ ਵੀ ਇਹ ਗੱਲਬਾਤ, ਮੈਂ ਤੁਹਾਡੇ ਆਉਣ ਦੇ ਮਕਸਦ ਜੋ ਇਹ ਦੇਖਿਆ ਕਿ ਕੱਲ ਨੂੰ ਜਿਹੜਾ ਅਦਾਲਤ ਦਾ ਫੈਸਲਾ ਉਸ ਤੋਂ ਪਹਿਲਾਂ ਤੁਸੀਂ ਕੋਈ ਰਾਹ ਲੱਭਣਾ ਚਾਹੁੰਦੇ ਆ ਕਿ ਸ਼ਾਇਦ ਬਹਿ ਕੇ ਗੱਲਬਾਤ ਹੋ ਜਾਵੇ, ਬਿਲਕੁਲ ਅਦਾਲਤ ਦੇ ਫੈਸਲਿਆਂ ਤੱਕ ਗੱਲ ਜਾਂ ਨਾ ਜਾਵੇ। ਜਿਹੜਾ ਮੈਂ ਪੜ੍ਹ ਰਿਹਾ ਸੀ, ਜਿਹੜਾ ਰਿਲੀਜੀਅਸ ਐਕਟ ਹੈ, ਜਿਹੜੇ ਤਹਿਤ ਸਭਾ ਸੁਸਾਇਟੀਆਂ ਬਣੀਆਂ ਨੇ, ਉਹਦੇ ਵਿੱਚ ਜਿਹੜੇ ਮੈਂਬਰਸ਼ਿਪ ਆ, ਪ੍ਰੈਜ਼ੈਂਟ ਮੈਂਬਰਸ਼ਿਪ ਆ, ਉਹਨਾਂ ਦੇ ਹੀ ਕੰਟਰੋਲ 'ਚ ਸੰਸਥਾ ਰਹਿੰਦੀ ਹੈ ਔਰ ਉਹਨੂੰ ਇੱਕ ਪ੍ਰਾਈਵੇਟ ਸੰਸਥਾ ਹੀ ਕਿਹਾ ਜਾਂਦਾ। ਵਹਾਂ ਕੋਈ ਵੀ ਰਿਲੀਜ ਇਕੱਲੇ ਗੁਰਦੁਆਰੇ ਨਹੀਂ। ਇਹ ਤੇ ਇਹੋ ਹੀ ਇੱਕ ਜਿਹੜੀ ਨਾ ਮਲਕੀਅਤ ਦੀ ਹੈਸੀਅਤ ਆ ਗੁਰੂ ਘਰਾਂ 'ਚ, ਇਹ ਮੂਲ ਕਾਰਨ ਹੈ ਗੁਰੂ ਘਰਾਂ ਦੀ ਲੜਾਈ ਦਾ। ਕੈਨੇਡਾ ਦੇ ਵਿੱਚ, ਵੈਸਟਰਨ ਵਰਲਡ ਦੇ ਵਿੱਚ ਅਸੀਂ ਇੱਕ ਮੁੱਦਾ ਲੱਭ ਲਿਆ ਕਿ ਜਿਵੇਂ ਬਾਕੀ ਸੁਸਾਇਟੀਆਂ ਰਜਿਸਟਰਡ ਹੋਈਆਂ ਨੇ, ਆਪਾਂ ਕਰਾ ਕੇ ਗੁਰੂ ਘਰ ਬਣਾਉਣਾ, ਆਪਾਂ ਉਹਦੇ ਤਹਿਤ ਗੁਰੂ ਘਰ ਬਣਾਉਣਾ ਸ਼ੁਰੂ ਕਰਤਾ, ਜਦ ਕਿ ਸਿੱਖੀ ਅਸੂਲਾਂ ਦੇ ਖਿਲਾਫ ਹੈ। ਗੁਰਦੁਆਰੇ ਇੱਕ ਸੁਸਾਇਟੀਆਂ
ਜਿਹੜੀਆਂ ਉਹ ਨਹੀਂ, ਇੱਕ ਸੈਂਟਰਲ ਬੋਡੀ ਜਿਹੜੀਆਂ ਉਹ ਗੁਰਦੁਆਰੇ ਨੂੰ ਰਨ ਕਰਦੀਆਂ। ਡਿਫਰੈਂਸ ਹੈ ਸਾਡੇ ਗੁਰੂ ਘਰਾਂ 'ਚ ਤੇ ਬਹੁਤ ਸਾਰੇ ਹੋਰ ਜਿਹੜੇ ਪ੍ਰੈਕਟਿਸ। ਪਰ ਇੱਥੇ ਕੈਨੇਡਾ ਵਿੱਚ ਇੱਕ ਐਕਟ ਜਿਹੜਾ ਰਿਲੀਜੀਅਸ ਐਕਟ ਆ, ਉਹਦੇ ਤਹਿਤ ਜਿਹੜੀ ਪ੍ਰਾਈਵੇਟ ਮੈਂਬਰਸ਼ਿਪ ਹੀ ਬਣਾ ਕੇ ਗੁਰਦੁਆਰੇ ਦੀ ਕਮੇਟੀ ਜਾਂ ਮਾਸਕ ਜਾਂ ਚਰਚ ਜਾਂ ਮੰਦਿਰ ਜਾਂ ਜਿਹੜੇ ਧਾਰਮਿਕ ਅਦਾਰੇ ਨੇ ਉਹਨੂੰ ਰਨ ਕਰਦੀ ਹੈ। ਇਹਦੇ ਵਿੱਚ ਜਿਹੜਾ ਉਹਨਾਂ ਵੱਲੋਂ ਇਹ ਗੱਲ ਕਹੀ ਗਈ, ਉਹ ਜਿਹੜਾ ਕਿਉਂਕਿ ਇੱਕ ਬੜੀ ਇੰਪੋਰਟੈਂਟ ਜਿਹੜੀ ਇੱਕ ਰੂਲਿੰਗ ਆ ਸੁਪਰੀਮ ਕੋਰਟ ਵੱਲੋਂ ਆਈ ਆ, ਉਹ ਕਹਿੰਦੇ ਜੀ ਕਿ ਮਾੜੀ ਮੋਟੀ ਗੱਲ ਤੋਂ ਕੋਈ ਇਹਨਾਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਕੋਈ ਅਦਾਲਤਾਂ 'ਚ ਨਾ ਘੜੀਸੀ ਫਿਰੇ। ਇਹ ਨੌਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਨੇ ਔਰ ਸੰਗਤ ਦਾ ਪੈਸਾ ਇਹਨਾਂ 'ਚ ਲੱਗਦਾ ਹੈ। ਉਹਨਾਂ ਨੇ ਕਿਹਾ ਜੀ ਕਿ ਸਹਿਜੇ ਕੀਤੇ ਤੁਸੀਂ ਇਹਨਾਂ ਨੂੰ ਕੋਰਟ 'ਚ ਨਹੀਂ ਲਿਜਾ ਸਕਦੇ। ਕੱਲ ਨੂੰ ਤੁਹਾਡੀ ਸੁਣਵਾਈ ਮੇਰੇ ਖਿਆਲ ਇਹੋ ਹੀ ਹੋ ਰਹੀ ਹੈ ਕਿ ਕੀ ਇਹ ਕੇਸ ਕੋਰਟ ਵਿੱਚ ਜਾਣਾ ਵੀ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਜਿਹੜਾ ਤੁਸੀਂ ਅਦਾਲਤ 'ਚ ਕੇਸ ਕੀਤਾ। ਔਰ ਇਹ ਜਿਹੜਾ ਕੇਸ ਹੈ, ਇਹ ਕੱਲ ਨੂੰ ਉਹਦੀ ਸੁਣਵਾਈ ਪੂਰਾ ਦੇਣਾ, ਤੁਸੀਂ ਵਕੀਲਾਂ ਦੇ ਪੈਸੇ ਖਰਚ ਰਹੇ ਹੋ, ਵਕੀਲਾਂ ਦੇ ਪੈਸੇ ਖਰਚ ਰਹੇ। ਔਰ ਇਹ ਜਿਹੜੀ ਸਿਚੁਏਸ਼ਨ ਹੈ, ਇਹਨੂੰ ਨਜਿੱਠਣ ਵਾਸਤੇ ਮੈਨੂੰ ਲੱਗਦਾ ਹੁਣ ਟੂ ਲੇਟ ਨਹੀਂ ਹੋ ਗਿਆ ਕਿ ਅੱਜ ਆਪਾਂ ਇਹ ਗੱਲ ਕਰੀਏ ਕਿ ਹੁਣ ਕੋਰਟ 'ਚ ਨਾ ਜਾਇਆ ਜਾਵੇ ਜਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਸੁਲਝਾ ਲਈਏ ਜਾਂ ਇਹ ਫੈਸਲਾ ਕੋਰਟ ਦੇ ਹੱਥ 'ਚ ਨਾ ਫੜਾਈਏ, ਸੰਗਤ ਬਹਿ ਕੇ ਕਰ ਲਵੇ। ਮੈਨੂੰ ਲੱਗਦਾ ਟੂ ਲੇਟ ਹੋ ਗਿਆ। ਅੱਜ ਆਪਾਂ ਇਹ ਗੱਲ ਕਰੀਏ, ਕੱਲ ਨੂੰ ਅਦਾਲਤ ਦੀ ਤਰੀਕ ਹੈ ਔਰ ਦੋਨੋਂ ਤਰ੍ਹਾਂ ਤਿਆਰ ਬੈਠੀਆਂ ਨੇ, ਵਕੀਲ ਕੀਤੇ ਨੇ, ਓਬਵੀਅਸਲੀ ਫੀਸਾਂ ਪੇ ਕੀਤੀਆਂ ਨੇ ਜੀ ਉਹਨਾਂ ਨੂੰ ਆਲਰੇਡੀ, ਐਂਡ ਦੇ ਵਿਲ ਬੀ ਰਿਪਰੈਜ਼ੈਂਟਿੰਗ ਦਾ ਕੇਸ ਟਮਾਰੋ। ਬੁੱਟ ਸਾਹਿਬ, ਇੱਥੇ ਮੀਡੀਆ ਦੇ ਤਾਂ ਅੱਜ ਆਏ ਆ, ਪਰ ਸਾਡੇ ਜਿਹੜੇ ਕਮਿਊਨਿਟੀ ਦੇ ਪਤਵੰਤੇ ਸੱਜਣਾ ਜੀ, ਉਹਨਾਂ ਦੇ ਨਾਲ ਟਾਈਮ ਟੂ ਟਾਈਮ ਗੱਲਬਾਤ ਹੁੰਦੀ ਰਹੀ ਆ। ਠੀਕ ਹੈ, ਬਹੁਤ ਐਫਰਟ ਕੀਤੇ ਗਏ ਆ ਜੀ। ਕਿਸੇ ਨੇ ਮੀਡੀਏਸ਼ਨ ਕੀਤੀ? ਹਾਂਜੀ, ਬੰਦਿਆਂ ਨੇ ਕੀਤੀ ਆ ਵਿੱਚ। ਠੀਕ ਹੈ। ਤੇ ਆਲਮੋਸਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਾਡਾ 70-80 ਹਜ਼ਾਰ ਡਾਲਰ ਇਸੇ ਗੱਲ ਦੇ ਲੱਗ ਗਿਆ ਵੀ ਅਸੀਂ ਇਹ ਚੀਜ਼ ਹੋਣ ਨਹੀਂ ਦੇਣੀ, ਵੀ ਇਹ ਪ੍ਰਾਈਵੇਟ ਆਰਗੇਨਾਈਜੇਸ਼ਨ ਆ। ਅਸੀਂ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੇ ਇੱਕ ਕੇਸ ਦਾ ਹਵਾਲਾ ਦਿੱਤਾ ਸੀਗਾ, ਪਰ ਜਿਹੜਾ ਸਾਡਾ ਵਕੀਲ ਆ ਉਹਨੇ 3 ਕੇਸਾਂ ਦਾ, ਉਹ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਦੇ ਵਿੱਚ ਵੀ ਜੇ ਕੋਈ ਧੱਕਾ ਹੋ ਰਿਹਾ ਨਾ ਜੀ ਕਿਸੇ ਦੇ, ਹਾਂਜੀ, ਉਹ ਕੇਸ ਫਿਰ ਲੱਗਦੇ ਆ। ਬਿਲਕੁਲ ਨਹੀਂ, ਉਹ ਤਾਂ ਕੱਲ ਨੂੰ ਅਦਾਲਤ ਨੇ ਫੈਸਲਾ ਕਰਨਾ। ਤੁਸੀਂ ਦੇਖੋ, ਇਹ ਐਡਾ ਵੱਡਾ ਧੱਕਾ, ਜੇ ਤੁਸੀਂ ਅੱਜ ਵੀ ਗੁਰਦੁਆਰਾ ਸਾਹਿਬ ਦਾ ਬਾਈਲਾ ਕਢਾਓ ਬੁੱਟਰ ਸਾਹਿਬ, ਉਹਦੇ ਤੇ ਮੈਂਬਰਸ਼ਿਪ $500 ਸ਼ੋ ਕਰ ਰਹੀ ਆ, ਪਰ ਜੇ ਅਸੀਂ ਲੈਣ ਜਾਂਦੇ ਆ ਤਾਂ ਸਾਨੂੰ $5100। ਦੇਖੋ, ਇਹ ਵੀ ਇੱਕ ਇਸ਼ੂ ਆ ਸਾਡੇ ਰਿਲੇਟਡ, ਉਹਨਾਂ ਨੇ ਰੱਖਿਆ ਹੋਇਆ ਵੀ ਸਾਡਾ ਕੇਸ ਇਹਨਾਂ ਕਾਰਨਾਂ ਕਰਕੇ ਲੱਗਣਾ ਚਾਹੀਦਾ ਵੀ ਇਹ ਕਮੇਟੀ ਬਹੁਤ ਜ਼ਿਆਦਾ ਧੱਕਾ ਕਰ। ਦੇਖੋ, ਹੁਣ ਇਹ ਗੱਲ ਕੋਈ ਛੋਟੀ ਨਹੀਂ ਹੈਗੀ ਬੁੱਟਰ ਸਾਹਿਬ, ਵੀ ਹੁਣ ਪਿਛਲੇ ਜੂਨ ਤੋਂ ਇਹ ਲਗਾਤਾਰ ਕਹਿੰਦੇ ਆ ਰਹੇ ਆ ਵੀ 5100 ਹੋ ਗਈ, 5100 ਹੋ ਗਈ, ਤੁਸੀਂ ਫੋਨ ਕਰ ਲਓ, ਤੁਹਾਨੂੰ ਵੀ ਇਹੀ ਕਹਿਣਗੇ ਉਹ। ਪਰ ਜੇ ਤੁਸੀਂ ਗੁਰਦੁਆਰੇ ਦਾ ਬਾਈਲਾ ਕਢਾਉਂਦੇ ਹੋ ਤਾਂ ਉਹਦੇ ਤੇ $500 ਅੱਜ ਵੀ ਇਹ ਆ ਵੀ ਹਾਂ, ਗੁਰਦੁਆਰੇ ਦੀ ਮੈਂਬਰਸ਼ਿਪ ਫੀਸ ਆ ਜਿਹੜੀ ਉਹ $500 ਆ। ਨਹੀਂ, ਮੈਂ ਇਹਨਾਂ ਨੇ ਉਹ ਸਬਮਿਟ ਨਹੀਂ ਕਰਾਈ ਜੀ ਉੱਥੇ। ਮੈਂ ਬਿਲਕੁਲ ਇਸ ਗੱਲ ਤੋਂ, ਦੇਖੋ ਤੁਸੀਂ ਯੂ ਆਰ ਰਾਈਟ ਟੂ ਗੋ ਟੂ ਕੋਰਟ। ਹਾਂਜੀ, ਤੁਸੀਂ ਇਹ 'ਚ ਆਪਣਾ ਜਿਹੜਾ ਤੁਹਾਡਾ ਪਰਸਨਲ, ਤੁਹਾਨੂੰ ਉਹਨਾਂ ਨੇ ਉੱਥੇ ਜਾਣ ਤੋਂ ਬੈਨ ਕੀਤਾ, ਉਹ ਵੀ ਤੁਸੀਂ ਵਿੱਚ ਇਨਕਲੂਡ ਕੀਤਾ ਕਿ ਉਹ ਕੇਸ ਦਾ ਹਿੱਸਾ ਨਹੀਂਗਾ? ਨਹੀਂ, ਉਹ ਕੋਰਟ ਦਾ ਹਿੱਸਾ ਨਹੀਂ ਜੀ, ਕਿਉਂਕਿ ਉਹ ਮੇਰਾ ਇੰਡੀਵਿਜੂਅਲ ਆ। ਉਹ ਤੁਹਾਡਾ ਇੰਡੀਵਿਜੂਅਲ। ਹਾਂਜੀ, ਤੁਸੀਂ ਸਿਰਫ ਜਿਹੜੀ ਤੁਹਾਡੇ ਦੋ ਹੀ ਮੁੱਦੇ ਨੇ ਕੋਰਟ ਜਾਣ ਦੇ, ਕਿ ਜਿਹੜੀ ਮੈਂਬਰਸ਼ਿਪ ਹੈ ਇਲੀਗਲੀ ਵਧਾਈ ਗਈ ਹੈ। ਹਾਂਜੀ, ਇਹਨਾਂ ਕੋਲ ਰਾਈਟ ਨਹੀਂ ਸੀ, ਕੋਰਮ ਪੂਰਾ ਨਹੀਂ ਸੀ, ਜਿਹਦੇ ਵਿੱਚ ਇਹਨਾਂ ਨੂੰ ਜਿਹੜੀ ਐਗਜ਼ੈਕਟਿਵ ਕਮੇਟੀ ਨੂੰ ਤਾਕਤਾਂ ਮਿਲ ਗਈਆਂ ਮੈਂਬਰਸ਼ਿਪ ਵਧਾਉਣ ਦੀਆਂ, ਜਦ ਕਿ ਉਹ ਜਿਹੜੇ ਸਿਗਨੇਚਰ ਕਰਨ ਵਾਲੇ ਨੇ ਉਹ ਮੈਂਬਰ ਨਹੀਂ ਸੀ ਉਸ ਵੇਲੇ, ਤੇ ਕੋਰਮ ਪੂਰਾ ਨਹੀਂ ਹੁੰਦਾ। ਇਸ ਕਰਕੇ ਉਹ ਵੋਇਡ ਕੀਤੀ ਜਾਵੇ ਤੇ ਜਿਹੜੀ ਪੁਰਾਣੀ ਮੈਂਬਰਸ਼ਿਪਾਂ ਨੂੰ ਲਾਗੂ ਕੀਤਾ ਜਾਵੇ। ਹਾਂਜੀ, ਇਹ ਤੁਹਾਡਾ ਕੇਸ ਹੈ। ਸਰ ਗੁਰਜੀਤ ਸਿੰਘ ਜੀ, ਅਜੇ ਸਟਿਲ ਮੈਨੂੰ ਇਹ ਪਰਪਸ ਨਹੀਂ ਅਜੇ ਤੱਕ ਵੀ ਸਮਝਿਆ ਵੀ ਮੈਨੂੰ ਲੱਗਦਾ ਜੀ ਕਿ ਕੈਨੇਡਾ ਦੀ ਜਿਹੜੀ ਕੋਰਟ ਸਿਸਟਮ ਆ ਉਹਦਾ ਯਕੀਨ ਉਹ ਤੇ ਕਰਕੇ ਹੀ ਤੁਸੀਂ ਕੋਰਟ 'ਚ ਗਏ ਆ। ਮੈਨੂੰ ਇੱਕ ਵਾਰੀ ਫਿਰ ਜਿਹੜਾ ਨਾ ਇਸ ਵਕਤ ਮੀਡੀਆ 'ਚ ਆਉਣਾ ਮੈਨੂੰ ਇਹ ਜਸਟੀਫਾਈ ਨਹੀਂ ਹੁੰਦਾ। ਮੈਂ ਫਿਰ ਇੱਕ ਵਾਰ ਤੁਹਾਨੂੰ ਚਾਂਸ ਦਿੰਦਾ ਕਿ ਮੈਨੂੰ ਕਲੀਅਰ ਕਰੋ, ਜਿਹੜੀ ਪਹਿਲੀ ਗੱਲ ਤੁਸੀਂ ਆਖੀ ਹੈ ਮੈਨੂੰ ਉਹ ਗੱਲ ਲੱਗੀ ਕਿ ਯੈਸ, ਕੋਸ਼ਿਸ਼ ਅਗਰ ਹੋਣੀ ਚਾਹੀਦੀ ਸੀ ਕਿ ਕੋਰਟ ਤੋਂ ਬਾਹਰ ਵਾਰੀ ਸਰ ਜਾਵੇ ਤਾਂ ਪਹਿਲਾਂ ਹੋਣੀ ਚਾਹੀਦੀ ਸੀ, ਕੁਝ ਮਹੀਨੇ ਵਿੱਚ ਟਾਈਮ ਹੁੰਦਾ, ਕੋਈ ਮੀਡੀਏਸ਼ਨ ਕੋਈ ਸੰਸਥਾਵਾਂ ਕਰਦੀਆਂ, ਕੋਈ ਸੰਗਤ ਮੋਰੇ ਇੰਟਰਵੀਨ ਕਰਦੀ ਕਿ ਕਿਉਂ ਤੁਸੀਂ ਕੋਰਟ 'ਚ ਜਾ ਕੇ, ਅਦਾਲਤਾਂ 'ਚ ਜਾ ਕੇ, ਜਿੱਥੋਂ ਹਰ ਕੋਈ ਬੰਦਾ ਉੱਚ ਸੁਪਰੀਮ ਫੈਸਲੇ ਦੀ ਆਸ ਰੱਖਦਾ ਹੈ, ਜਿੱਥੋਂ ਹਰ ਬੰਦਾ ਟੇਕ ਲਾ ਕੇ ਜਾਂਦਾ ਹੈ ਕਿ ਇੱਥੋਂ ਫੈਸਲਾ ਜਿਹੜਾ ਕੁਦਰਤੀ ਰੂਹਾਨੀ ਤੌਰ ਤੇ ਹੋਣਾ ਉਹੀ ਸਭ ਤੋਂ ਵੱਡਾ ਫੈਸਲਾ, ਤੇ ਅਸੀਂ ਉਹਦੇ ਫੈਸਲੇ ਅਦਾਲਤਾਂ 'ਚ ਲੈ ਕੇ ਜਾਈਏ। ਮੈਨੂੰ ਗੱਲ ਤਾਂ ਚੰਗੀ ਨਹੀਂ ਗੀ, ਪਰ ਅਗਰ ਹੁਣ ਗਏ ਹੋ ਤਾਂ ਅਦਾਲਤ, ਕੈਨੇਡਾ ਦੀ ਅਦਾਲਤ ਤੇ ਸਾਨੂੰ ਯਕੀਨ ਹੋਣਾ ਚਾਹੀਦਾ ਹੈ। ਮੀਡੀਆ 'ਚ ਆਉਣ ਦਾ ਮੈਨੂੰ ਅਜੇ ਵੀ ਮਕਸਦ ਨਹੀਂ ਕਲੀਅਰ ਹੋਇਆ ਤੁਹਾਡੇ ਵੱਲੋਂ। ਮੁੱਟ ਸਾਹਿਬ ਦੇਖੋ, ਮੈਂ ਕਹਿੰਦਾ ਵੀ ਕੋਰਟ ਦਾ ਕੋਈ ਡਿਸੀਜਨ ਆ ਜੇ, ਹਾਂਜੀ, ਸਾਡੇ ਪੱਖ 'ਚ ਆ ਜੇ, ਸਾਡੇ ਅੰਗੇਸਟ ਆ ਜੇ, ਹਾਂ, ਕੱਲ ਨੂੰ ਐਂਡ ਆਫ ਡੇ
ਇਲੈਕਸ਼ਨਾਂ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਲੋਕੀ ਨੇ ਅਸੀਂ ਉਹਨਾਂ ਨੂੰ ਵੀ ਅਵੇਅਰ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਂਬਰ ਆ ਇਕੱਲੇ ਮੈਂਬਰ ਨੂੰ ਹੁਣ ਜਾ ਕੇ ਇੰਨਾ ਟਾਈਮ ਨਹੀਂ ਜੇ ਅਸੀਂ ਇਕੱਲੇ ਮੈਂਬਰ ਨਾਲ ਜਾ ਕੇ ਪਹੁੰਚ ਕਰੀਏ ਮੀਡੀਆ ਦਾ ਇੱਕ ਜਰੀਆ ਹੁੰਦਾ ਇਹ ਵੀ ਅਸੀਂ ਆਪਣਾ ਮੁੱਖ ਕਾਰਨ ਸਮਝਦੇ ਆ ਵੀ ਮੈਂਬਰਾਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਕੀ ਰਿਹਾ। ਠੀਕ ਹੈ। ਜੇ ਹੁਣ ਕੱਲ ਨੂੰ ਇਲੈਕਸ਼ਨ ਹੋ ਜਾਏ ਮੰਨ ਲਓ ਸਾਡਾ ਕੇਸ ਲੱਗ ਜਾਂਦਾ ਇਲੈਕਸ਼ਨ ਹੋ ਜਾਂਦੀ ਆ ਤਾਂ ਫਿਰ ਹੁਣ ਅਸੀਂ ਅੱਜ ਦੱਸ ਰਹੇ ਆ ਵੀ ਅਸੀਂ ਹਰ ਇੱਕ ਬੰਦਾ ਆਪਣੇ ਪੱਖ ਦੀ ਗੱਲ ਕਰਦਾ ਬੁੱਟਰ ਸਾਹਿਬ ਅਸੀਂ ਅੱਜ ਤੁਹਾਡੇ ਜਰੀਏ ਆਮ ਪਬਲਿਕ ਨੂੰ ਵੀ ਦੱਸ ਰਹੇ ਹਾਂ ਵੀ ਤੁਸੀਂ ਕੱਲ ਨੂੰ ਇਹ ਪਬਲਿਕ ਲਿਟੀਗੇਸ਼ਨ ਆ ਤੁਸੀਂ ਕੱਲ ਨੂੰ ਇਹਨੂੰ ਦੇਖੋ ਦੇਖ ਕੇ ਤੁਸੀਂ ਦੇਖੋ ਵੀ ਕਿਹੜੇ ਲੋਕੀ ਆ। ਹੁਣ ਮੈਂ ਥਰਡ ਪਾਰਟੀ ਆ ਬੁੱਟਰ ਸਾਹਿਬ ਕੇਸ ਕਰਨ ਵਾਲੇ ਵੀ ਹੋਰ ਆ ਤੇ ਗੁਰਦੁਆਰਾ ਕਮੇਟੀ ਵੀ ਹੋਰ ਆ ਮੈਂ ਥਰਡ ਪਾਰਟੀ ਆ ਜੀ ਸੰਗਤੀ ਰੂਪ ਦੇ ਵਿੱਚ ਤੁਹਾਨੂੰ ਅੱਜ ਸੰਗਤਾਂ ਨੂੰ ਬੇਨਤੀ ਕਰਨ ਆਇਆ ਵੀ ਇਹ ਚੀਜ਼ ਨੂੰ ਦੇਖੋ ਤੇ ਦੇਖ ਕੇ ਡਿਸੀਜਨ ਕਰੋ ਵੀ ਕੀ ਠੀਕ ਆ ਕੀ ਗਲਤ ਆ। ਅੱਛਾ ਤੁਸੀਂ ਕੇਸ ਕਰਤਾ ਨਹੀਂ ਹੋ ਤੁਸੀਂ ਇੱਕ ਧਿਰ ਨਹੀਂ ਹੋਏ ਇਹਦੇ ਵਿੱਚ। ਮੈਂ ਥਰਡ ਪਾਰਟੀ ਆ ਜੀ। ਅੱਛਾ ਹਾਂ ਮੈਂ ਇਸ ਚੀਜ਼ ਨੂੰ ਬਾਅਦ ਕਰ ਰਿਹਾ ਧਿਆਨ ਨਾਲ ਵੀ ਇਹ ਕੀ ਚੀਜ਼ ਕੀ ਸਿਸਟਮ ਚੱਲ ਰਿਹਾ। ਓਕੇ ਬੇਸਿਕਲੀ ਜੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸਰਦਾਰ ਧਰਮਿੰਦਰ ਸਿੰਘ ਮੁਲਤਾਨੀ ਤੇ ਸਰਦਾਰ ਪ੍ਰਭਜੋਤ ਸਿੰਘ ਜਿਹੜੇ ਆ ਉਹਨਾਂ ਵੱਲੋਂ ਕੇਸ ਦਾਇਰ ਕੀਤਾ ਗਿਆ। ਅੱਛਾ ਉਹਨਾਂ ਨੇ ਕੇਸ ਦਾਇਰ ਕੀਤਾ ਤੁਹਾਡਾ ਵਿੱਚ ਤੁਸੀਂ ਇੱਕ ਇਹਦੇ ਵਿੱਚ ਜਿਹੜੇ ਕੇਸ ਕਰਤਾ ਨਹੀਂ ਹੋਏ। ਮੈਂ ਪਾਰਟੀ ਨਹੀਂ ਹੈਗਾ ਤੁਸੀਂ ਪਾਰਟੀ ਨਹੀਂ ਹੈਗੇ। ਠੀਕ ਹੈ। ਸਿਰਫ ਮੈਨੂੰ ਤਾਂ ਇਹ ਸੀਗਾ ਮੈਂ ਜਦੋਂ ਉੱਥੇ ਗੱਲ ਕਰਦਾ ਸੀ ਸੱਚ ਦੀ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੈਨ ਕਰਤਾ ਫਿਰ ਮੇਰੇ ਕੋਲ ਕੋਈ ਹੋਰ ਸੋਰਸੇਜ ਨਹੀਂ ਰਹੇ ਵੀ ਆਪਾਂ ਕਿੱਥੇ ਗੱਲ ਕਰੀਏ ਲੋਕਾਂ ਨੂੰ ਅਵੇਅਰ ਕਿਵੇਂ ਕਰੀਏ। ਹੁਣ ਸੰਗਤਾਂ ਉੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਂਬਰ ਆ ਜੀ ਉਹ ਤਾਂ ਗੁਰਦੁਆਰਾ ਸਾਹਿਬ ਹੀ ਆਉਂਦੇ ਆ ਕੋਈ ਉੱਥੇ ਅਸੀਂ ਲੜਾਈ ਝਗੜੇ ਵਾਲੀ ਗੱਲ ਨਹੀਂ ਕੀਤੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਹੈ ਕਿ ਵੀ ਆਪਾਂ ਨੂੰ ਕੋਈ ਬੈਨ ਕੀਤਾ ਜਾਵੇ। ਤੁਸੀਂ ਹੁਣ ਇੱਕ ਸਵਾਲ ਹੋਰ ਬਣਦਾ ਜੀ ਕਿ ਜਿਹੜੇ ਕੇਸ ਕਰਤਾ ਪਾਰਟੀ ਹੈ ਦੋਨੋਂ ਸਾਹਿਬ ਪ੍ਰਭਜੋਤ ਸਿੰਘ ਤੇ ਜੋ ਮੁਲਤਾਨੀ ਸਾਹਿਬ ਉਹਨਾਂ ਦੀ ਇੱਛਾ ਅਨੁਸਾਰ ਤੁਸੀਂ ਇੱਥੇ ਆਏ ਹੋ ਕਿ ਤੁਸੀਂ ਆਪਣੇ ਤੌਰ ਤੇ ਆਏ ਹੋ? ਨਹੀਂ ਮੈਂ ਤਾਂ ਜੀ ਆਪਣੇ ਤੌਰ ਤੇ ਹੁਣ ਕੱਲ ਨੂੰ ਕਿਉਂਕਿ ਅਸੀਂ ਦਿਖਾਉਣਾ ਚਾਹੁੰਦੇ ਆ ਸੰਗਤਾਂ ਨੇ ਉਹਨਾਂ ਨੇ ਤਾਂ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੀ ਪਰ ਮੈਂ ਪਿਛਲੇ 15 ਸਾਲਾਂ ਤੋਂ ਬੁੱਟਰ ਸਾਹਿਬ ਤੁਹਾਨੂੰ ਪਤਾ ਮੈਂ ਯੂਥ ਲਈ ਜਿਹੜਾ ਇੱਥੇ ਦੇ ਬੌਰਨ ਬੱਚੇ ਆ ਉਹਨਾਂ ਨਾਲ ਕੰਟੈਕਟ ਰੱਖ ਕੇ 2-4 ਬੱਚਿਆਂ ਨੂੰ ਇਹ ਹੁੰਦਾ ਵੀ ਵਿੱਚ ਕਮੇਟੀ ਦੇ ਵਿੱਚ ਲਿਆਉਣ ਲਈ ਲਗਭਗ ਯੂਥ ਬੰਦਿਆਂ ਨੂੰ ਅੱਗੇ ਲਿਆਉਣ ਲਈ ਮੈਂ ਸਟਰਗਲ ਕਰਦਾ ਰਹਿਣਾ। ਠੀਕ ਹੈ। ਤੇ ਉਸੇ ਚੀਜ਼ ਨੂੰ ਲੈ ਕੇ ਮੈਂ ਕੱਲ ਨੂੰ ਚਾਹੁੰਦਾ ਵੀ ਕੱਲ ਨੂੰ ਯੂਥ ਦੀ ਸਲੇਟ ਆਊਗੀ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਬੰਦਿਆਂ ਨੇ ਕੀ ਸਟਰਗਲ ਕੀਤੀ ਆ। ਹੁਣ ਪਿਛਲੀ ਵਾਰੀ ਵੀ ਮੈਂ ਐਵੇਂ ਐਫਰਟ ਕੀਤਾ ਸੀਗਾ ਜਦੋਂ ਪਹਿਲਾਂ 2015 ਚ ਕੇਸ ਚੱਲਿਆ ਜੀ ਸੰਗਤਾਂ ਨੇ ਬਹੁਤ ਜ਼ਿਆਦਾ ਉਦੋਂ ਕੋਵਿਡ ਨਹੀਂ ਸੀਗਾ 250 ਬੰਦਾ ਜੀ ਸੰਗਤੀ ਰੂਪ ਦੇ ਵਿੱਚ ਕੋਰਟ ਦੇ ਵਿੱਚ ਗਿਆ ਸੀਗਾ ਸਾਡੇ ਪੱਖ ਦੇ ਵਿੱਚ ਵੀ ਹਾਂ ਮੈਂਬਰਸ਼ਿਪ ਘਟਣੀ ਚਾਹੀਦੀ ਆ। ਉਹਦਾ ਫਿਰ ਐਡਾ ਵੱਡਾ ਹੋਇਆ ਜਦੋਂ ਇਲੈਕਸ਼ਨਾਂ ਹੋਈਆਂ ਜੀ ਹਾਲਾਂਕਿ ਸਾਡੇ ਕੋਲ ਪੈਸੇ ਨਹੀਂ ਸੀ ਉਦੋਂ ਤੇ ਲੋਕਾਂ ਨੇ ਆਪ ਇੰਟਰਸਟ ਲੈ ਕੇ ਪੈਸੇ ਵੀ ਦਿੱਤੇ ਤੇ ਅਸੀਂ ਉਦੋਂ 180 ਵੋਟਾਂ ਤੇ ਹਾਰੇ ਸੀਗੇ ਜੀ। ਠੀਕ ਹੈ। ਬਹੁਤ ਵੱਡਾ ਇਸ ਕਰਕੇ ਸਾਡਾ ਫਰਜ਼ ਬਣ ਜਾਂਦਾ ਜੀ ਫਿਰ ਅਸੀਂ ਧਿਆਨ ਇਹ ਤਾਂ ਹੋ ਗਈ ਅਦਾਲਤ ਦੀ ਗੱਲ ਕੈਨੇਡਾ ਦੀ ਪਰ ਜਦੋਂ ਵੀ ਆਪਾਂ ਕੋਈ ਇੰਡੀਆ ਦੀ ਜਾਂ ਕਿਸੇ ਵੀ ਦੇਸ਼ ਦੀ ਕੋਈ ਅਦਾਲਤ ਫੈਸਲਾ ਕਰਦੀ ਹੈ ਆਪਾਂ ਸਾਰੇ ਕਹਿੰਦੇ ਆ ਜੀ ਕਿ ਇਹ ਫੈਸਲਾ ਅਦਾਲਤ ਨਹੀਂ ਹੋਣਾ ਚਾਹੀਦਾ ਸਭ ਤੋਂ ਉੱਚ ਅਦਾਲਤ ਜਿਹੜੀ ਅਕਾਲ ਤਖਤ ਸਾਹਿਬ ਹੈ ਹਾਂਜੀ ਸਾਡੇ ਫੈਸਲੇ ਉਹ ਕਰੂਗੀ। ਜਦੋਂ ਕੋਈ ਵਿਦੇਸ਼ 'ਚ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਕੋਈ ਕਮੇਟੀ ਪੈਸੇ ਵਧਾਉਣਾ ਚਾਹੁੰਦੀ ਜਾਂ ਕੋਈ ਇਸ ਹੱਦ ਤੱਕ ਜਾਂਦੀ ਹੈ ਕਿ ਸੰਗਤ ਨੂੰ ਲੱਗਦਾ ਕਿ ਗਲਤ ਹੋ ਰਿਹਾ ਕਦੀ ਕੋਈ ਐਫਰਟਸ ਕੀਤੇ ਜਾਂਦੇ ਜੀ ਕਿ ਅਕਾਲ ਤਖਤ ਸਾਹਿਬ ਨੂੰ ਵਿੱਚ ਇਨਵੋਲਵ ਕੀਤਾ ਵਿੱਚ ਚਿੱਠੀ ਲਿਖੀ ਗਈ ਕੋਈ ਇੱਥੇ ਇਦਾਂ ਹੋ ਰਿਹਾ ਕੋਈ ਉਹਨਾਂ ਦਾ ਕੋਈ ਰਿਸਪੌਂਸ ਆਇਆ ਹੋਵੇ ਕੋਈ ਤੁਹਾਡਾ ਕਮਿਊਨੀਕੇਸ਼ਨ ਉਹਨਾਂ ਨਾਲ ਹੋਇਆ ਹੋਵੇ ਹੈ ਕੋਈ ਨਾ ਤੁਹਾਡਾ ਉਹਨਾਂ ਕੋਲ ਕੋਈ ਪ੍ਰੂਫ ਜੀ? ਬੁੱਟਰ ਸਾਹਿਬ ਦੇਖੋ ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਜੇ ਮੈਂ ਹੁਣ ਉੱਥੇ ਸ਼੍ਰੋਮਣੀ ਕਮੇਟੀ ਤੁਸੀਂ ਕਹਿੰਦੇ ਹੋ ਨਾ ਸ੍ਰੀ ਅਕਾਲ ਤਖਤ ਸਾਹਿਬ ਅੱਜ ਸਾਡਾ ਅਕਾਲ ਤਖਤ ਸਾਹਿਬ ਵੀ ਗੁਲਾਮ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਸ਼੍ਰੋਮਣੀ ਕਮੇਟੀ ਸਾਊਥ ਏਸ਼ੀਆ ਦੀ ਸਭ ਤੋਂ ਪੁਰਾਣੀ ਸੰਸਥਾ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਉੱਥੇ ਸ਼ੁਰੂਆਤ ਹੋਈਆਂ ਨੇ ਅੱਜ ਉਹਦੀਆਂ ਇਲੈਕਸ਼ਨਾਂ ਵੀ ਜੇ ਤੁਸੀਂ ਹਿੰਦੁਸਤਾਨ ਦੇ ਆਜ਼ਾਦ ਤੋਂ ਬਾਅਦ ਦੇਖੋ 14-15 ਵਾਰ ਹੋਣੀਆਂ ਚਾਹੀਦੀਆਂ ਸੀਗੀਆਂ ਸਿਰਫ 3-4 ਵਾਰ ਹੋਣ ਦਿੱਤੀਆਂ ਗਈਆਂ ਨੇ। ਅਸੀਂ ਉੱਥੇ ਦੇ ਕੋਰਟ ਸਿਸਟਮ ਤੇ ਵੀ ਨਹੀਂ ਬਿਲੀਵ ਕਰਦੇ ਹੁਣ ਅੱਜ ਵੀ ਉਹ ਜਿਹੜੀ ਇਲੈਕਸ਼ਨ ਹੋਈ ਨੂੰ 12-13 ਸਾਲ ਹੋ ਗਏ ਆ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਮਸਲੇ ਨਹੀਂ ਹੱਲ ਕਰ ਸਕਦੇ ਜਿਹੜੀਆਂ ਕੋਰਟਾਂ ਨੇ ਹੁਣ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਆ ਜੀ ਕਿਉਂ ਐਂਡ ਆਫ ਡੇ ਜੇ ਅਸੀਂ ਉੱਥੋਂ ਵੀ ਕਰਾਉਨੇ ਆ ਜਾਂ ਸੰਗਤੀ ਕਿਉਂਕਿ ਸੰਗਤ ਵੱਡੀ ਆ ਜੀ ਗੁਰੂ ਨਾਲੋਂ ਵੀ ਵੱਡੀ ਆ ਜੇ ਐਡਮਿੰਟਨ ਦੀ ਸੰਗਤ ਵੀ ਜਾ ਕੇ ਮੈਂ ਕਹਿੰਦਾ 5 ਬੰਦੇ ਵੀ ਕੋਈ ਗੱਲ ਇਸ ਗੱਲ ਨੂੰ ਕੋਈ ਜਸਟੀਫਾਈ ਨਹੀਂ ਕਰਦਾ ਵੀ $5100 ਇੱਕਦਮ ਕਮੇਟੀ ਵੱਲੋਂ ਵਧਾ ਦੇਣੀ ਇਹ ਜਾਇਜ਼ ਆ ਜੀ। ਬਹੁਤ ਬੰਦਿਆਂ ਨੇ ਬੇਨਤੀ ਕੀਤੀ ਪਰ ਉਹ ਮੰਨਦੇ ਹੀ ਨਹੀਂ। ਗੱਲ ਇਹ ਆ ਜਾਂਦੀ ਨਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜੇ ਆਪਾਂ ਉਹ ਕਰਾ ਵੀ ਦੇਣ ਜੀ ਉੱਥੋਂ ਆਪਾਂ ਕਰਾ ਵੀ ਲਈਏ ਉਹ ਗੱਲ ਤਾਂ ਇਹ ਵੀ ਮੰਨਣ ਦੀ ਇਹ ਕਹਿੰਦੇ ਨਹੀਂ ਅਸੀਂ ਤਾਂ ਰਿਲੀਜੀਅਸ ਸੋਸਾਇਟੀ ਐਕਟ ਦੇ ਅੰਦਰ ਆਉਂਦੇ ਆ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਆਉਂਦੇ ਆ। ਦੇਖੋ ਮੈਂ ਇਹੋ ਹੀ ਗੱਲ ਕਰਨੀ ਚਾਹੁੰਦਾ ਸੰਗਤ ਨੂੰ ਸਭ ਤੋਂ ਵੱਡਾ ਤਾਂ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਕਿ ਸਾਡੇ ਧਾਰਮਿਕ ਭਾਵਨਾਵਾਂ ਹੋਰ ਨੇ ਕੈਨੇਡਾ ਦਾ ਐਕਟ ਕੁਛ ਹੋਰ ਕਹਿੰਦਾ। ਬਿਲਕੁਲ ਜੀ। ਔਰ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਦੇ ਪ੍ਰਤੀ ਸਾਨੂੰ ਸੁਚੇਤ ਹੋ ਕੇ ਇੱਕ ਅਸੀਂ ਆਪ ਹੀ ਹੁਣ ਗੁਰਜੋਤ ਸਿੰਘ ਜੀ ਮੈਨੂੰ ਬੜੀ ਇਹ ਗੱਲ ਚੁੱਭਵੀਂ ਲੱਗੀ ਕਿ ਤੁਸੀਂ ਅਕਾਲ ਤਖਤ ਸਾਹਿਬ ਨੂੰ 1 ਮਿੰਟ 'ਚ ਨੇਗੇਟ ਕਰਤਾ ਕਿ ਨਹੀਂ ਉਹ ਵੀ ਨਹੀਂ ਸਮਰੱਥ ਹੈਗਾ ਇਹ ਫੈਸਲਾ ਕਰਨ ਦੇ ਜੇ ਹੋਊਗਾ ਤੇ ਉੱਥੇ ਵੀ ਉਹ ਜਾਇਜ਼ ਫੈਸਲਾ ਨਹੀਂ ਕਰ ਸਕਣਗੇ।
ਫਿਰ ਆਪਣੇ ਕੋਲ ਅਦਾਲਤ ਤੋਂ ਬਗੈਰ ਕੋਈ ਚਾਰਾ ਰਹਿ ਹੀ ਨਹੀਂ ਜਾਂਦਾ। ਬਿਲਕੁਲ ਜੀ। ਅਦਾਲਤ 'ਚ ਕੱਲ ਨੂੰ ਕੇਸ ਲੱਗਾ, ਹਾਂਜੀ, ਕੱਲ ਨੂੰ ਫੈਸਲਾ ਜਾਂ ਪਰਸੋਂ ਜਾਂ ਪਰ ਚੌਥ ਨੂੰ ਰਾਖਵਾਂ ਰੱਖ ਕੇ ਆ ਜਾਣਾ ਜੀ। ਹਾਂਜੀ। ਆਪਣੇ ਕੋਲ ਕੋਈ ਰਾਹ ਰਹਿ ਗਿਆ ਕਿ ਨਾ ਖਾਲਿਸਤਾਨ ਨੂੰ ਨਾ ਅਕਾਲ ਤਖਤ ਨੂੰ ਜਿਹੜੇ ਕੇਸ ਕਰਤਾ ਉਹੀ ਮੰਨਣ ਨੂੰ ਤਿਆਰ ਹੈ, ਤੇ ਨਾਲ ਜਿਵੇਂ ਕਹਿਤਾ ਵੀ ਕਮੇਟੀ ਵਾਲੇ ਵੀ ਸ਼ਾਇਦ ਨਾ ਮੰਨਣਗੇ ਜੀ। ਸੋ ਇਹ ਜਿਹੜੀ ਸਿਚੁਏਸ਼ਨ ਹੈ, ਸਿੱਖ ਧਰਮ ਦੀਆਂ ਮੁਸ਼ਕਲਾਂ ਬਹੁਤ ਵੱਡੀਆਂ ਨੇ, ਅੱਜ ਬਹੁਤ ਦਰਪੇਸ਼ ਮਸਲੇ ਨੇ। ਜੋ ਗੁਰੂ ਸਾਹਿਬ ਨੇ ਸਾਡੇ ਲਈ ਸਿਸਟਮ ਸੈੱਟ ਕੀਤਾ, ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤੇ, ਅਸੀਂ ਉਹ ਤੋਂ ਵਗਿਆ ਕਰਕੇ ਅਸੀਂ ਉਹ ਲਾਂਭੇ ਨੂੰ ਤੁਰ ਪਏ ਹਾਂ। ਫਿਰ ਤਾਂ ਖਲਾ ਹੈ, ਜਿੰਨਾ ਮਰਜ਼ੀ ਵਧਾ ਲਈਏ, ਜਿੰਨਾ ਵੀ ਵਧਾ ਸਕਦੇ ਹਾਂ ਮਨ ਵਧਾ ਸਕਦੇ ਹਾਂ। ਕੋਰਟ ਕਚਹਿਰੀਆਂ 'ਚ ਅਰਬਾਂ ਹੀ ਰੁਪਈਆ ਲਾ ਦਈਏ, ਮੈਂ ਰੁਪਈਆ ਕਿਹਾ ਡਾਲਰ ਨਹੀਂ, ਅਰਬਾਂ ਹੀ ਰੁਪਈਆ ਨਾਰਥ ਅਮਰੀਕਾ ਦੀਆਂ ਕਚਹਿਰੀਆਂ ਨੂੰ ਆਪਾਂ ਦੇ ਚੁੱਕੇ ਹਾਂ, ਗੁਰਦੁਆਰੇ ਸਾਰੇ ਜਿਹੜੇ ਰਲ ਕੇ। ਤਾਂ ਵੀ ਫੈਸਲੇ ਅਜੇ ਉੱਦਾਂ ਦੇ ਉੱਦਾਂ ਲਮਕ ਰਹੇ, ਅਜੇ ਵੀ ਕੋਈ ਫੈਸਲੇ ਰੋਜ਼ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਆਪਣਾ ਕੋਈ ਨਾ ਕੋਈ, ਕਿਉਂਕਿ ਮਰਿਆਦਾ ਤੇ ਜਿਹੜਾ ਕਾਨੂੰਨ ਹੈ ਉਹਦੀ ਜਿਹੜੀ ਆਪਸ ਵਿੱਚ ਸੈਟਿੰਗ ਨਹੀਂ ਬਹਿੰਦੀ, ਉਹਦਾ ਸਾਡੇ 'ਚ ਕੌਨਫਲਿਕਟ ਰਹਿ ਜਾਂਦਾ ਹੈ। ਔਰ ਧਾਰਮਿਕ ਮਸਲੇ ਹੱਲ ਕਰਨ ਨੂੰ ਨਾ ਕੈਨੇਡਾ 'ਚ ਕੋਈ ਬੋਡੀ ਬਣੀ ਹੈ ਜਿਹੜੀ ਧਾਰਮਿਕ ਮਸਲੇ ਹੱਲ ਕਰ ਸਕੇ ਸਾਡੇ, ਨਾ ਆਪਾਂ ਇੰਡੀਆ ਦੀ ਅਥਾਰਟੀ ਨੂੰ ਬਣਨ ਨੂੰ ਤਿਆਰ ਹਾਂ ਅਕਾਲ ਤਖਤ ਸਾਹਿਬ ਨੂੰ। ਮੈਂ ਸਿਚੁਏਸ਼ਨ ਤਾਂ ਬਹੁਤ ਵਿਗੜ ਗਈ ਨਾ ਫਿਰ ਆਪਣੀ। ਬੁੱਟ ਸਾਹਿਬ ਦੇਖੋ, ਇਹ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਸ਼੍ਰੋਮਣੀ ਕਮੇਟੀ ਐਡੀ ਵੱਡੀ ਸੰਸਥਾ, ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਉੱਥੋਂ ਕੋਈ ਚੇਂਜ ਨਹੀਂ ਉਹਨਾਂ ਨੂੰ ਕਰ ਸਕਦੇ। ਉਹ ਵੀ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਜਦੋਂ ਉਹ ਚਾਹੁੰਦੇ ਆ ਉਸ ਤਰੀਕੇ ਨਾਲ ਉਹ ਸਿਸਟਮ ਨੂੰ ਅਲਾਉ ਕਰਦੇ ਆ। ਹਾਂਜੀ। ਉੱਥੇ ਦੇ ਕੋਰਟ ਸਿਸਟਮ ਦੇ ਉੱਤੇ ਸਾਡੇ ਨਾਲ ਧੱਕਾ ਹੋਇਆ ਹੈ, ਜੇ ਸਿੱਖ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਆ, ਪਰ ਇੱਥੇ ਕੋਰਟਾਂ ਤੇ ਅਸੀਂ ਫਿਰ ਵੀ ਯਕੀਨ ਕਰਦੇ ਆ। ਪਰ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਦੇਖੋ ਅੱਜ ਮੈਂ ਇੱਥੇ ਬੈਠਾ, ਮੇਰਾ ਐਡਮਿੰਟਨ ਦੇ ਵਿੱਚ 15 ਸਾਲ ਦਾ ਮੇਰਾ ਆਪਣਾ ਨਿੱਜੀ ਜੀਵਨ ਦਾ ਮੈਂ ਸਟਰਗਲ ਕੀਤੀ ਆ ਮੈਂਬਰਸ਼ਿਪ ਫੀਸ ਨੂੰ ਲੈ ਕੇ। ਬੁੱਟਰ ਸਾਹਿਬ ਹੋਰ ਕੋਈ ਨਹੀਂ, ਚੰਗੇ ਬੰਦਿਆਂ ਨਾਲ ਗੱਲ ਕਰਦਾ, ਸਾਰੇ ਹੱਥ ਖੜੇ ਕਰ ਚੁੱਕੇ ਆ ਵੀ ਅਸੀਂ ਇਹ ਜਿਹੜਾ ਪੋਲੀਟੀਕਲ ਸਿਸਟਮ ਆ ਇਹ ਗਲਤ ਹੋ ਚੁੱਕਿਆ, ਇਹਦੇ ਚੋਂ ਅਸੀਂ ਬਾਹਰ ਹੋ ਜਾਣਾ। ਇਹਦਾ ਮਤਲਬ ਇਹ ਆ ਵੀ ਜਿਹੜੇ ਮਾੜੇ ਬੰਦੇ ਆ ਉਹ ਬਾਰ-ਬਾਰ ਆਈ ਜਾਂਦੇ ਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਟਰੂਡੋ ਸਾਹਿਬ ਪ੍ਰਧਾਨ ਮੰਤਰੀ ਬਣ ਗਏ, ਉਹ ਬਣਨ ਤੋਂ ਬਾਅਦ ਕੈਬਨਿਟ ਦੇ ਵਿੱਚ ਪਾਸ ਕਰ ਦੇਣ ਵੀ ਅਗਲੀ ਵਾਰੀ ਜਿਹੜੀ VOTING ਹੋਊਗੀ ਉਹ ਹਰ ਇੱਕ ਬੰਦੇ ਨੂੰ $5,000 ਦੀ ਲੈ ਕੇ VOTING ਕਰਾਉਣੀ ਪਊਗੀ। ਤਾਂ ਤੁਸੀਂ ਮੈਨੂੰ ਦੱਸੋ ਵੀ ਸਿਸਟਮ ਕੀ ਹੋ ਜਾਊਗਾ? ਨਹੀਂ ਮੈਂ ਇਹ ਸਾਡੀ ਮੋਰਲ ਜ਼ਿੰਮੇਵਾਰੀ ਬਣਦੀ। ਮੈਂ ਅੱਜ ਤੁਹਾਡੇ ਕੋਲ ਬੈਠਾ, ਮੈਂ ਪਿਛਲੇ 15 ਸਾਲਾਂ ਤੋਂ ਐਫਰਟ ਕਰ ਰਿਹਾ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਂਬਰਸ਼ਿਪ ਉਹ ਘੱਟ ਹੋਣੀ ਚਾਹੀਦੀ, ਕਿਉਂਕਿ ਪ੍ਰਧਾਨਾਂ ਨੂੰ ਮੈਂਬਰਾਂ ਨੂੰ ਡਰ ਹੋਵੇ। ਪਰ ਮੈਂ ਤਾਂ ਤੁਹਾਤੋਂ ਇਸ ਸਟੈਪ ਅੱਗੇ ਜਾਣਾ ਜੀ, ਮੈਂਬਰਸ਼ਿਪ ਚਾਹੀਦੀ ਨਹੀਂ। ਚਲੋ ਉਹ ਸਿਸਟਮ ਰੱਖਣ ਖਾਤਰ ਹੋ ਜਾਂਦਾ ਸਿਸਟਮ, ਪੈਸਾ ਕਿਉਂ ਆ? ਉੱਥੇ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਜਿਹੜਾ ਜਾ ਕੇ ਉੱਥੇ ਸੇਵਾ ਕਰਦਾ ਹੈ ਗੁਰੂ ਘਰ ਦੇ ਵਿੱਚ, ਨਿਰਵਿਘਨ ਸੇਵਾ ਕਰਦਾ, 1 ਸਾਲ ਤੋਂ ਕਰ ਰਿਹਾ, 2 ਸਾਲ ਤੋਂ ਕ੍ਰਾਈਟੇਰੀਆ ਰੱਖ ਦਿਓ, ਉਹਨੂੰ ਮੈਂਬਰਸ਼ਿਪ ਆਨਰਰੀ ਦਿਓ ਉੱਥੋਂ ਦੀ। ਕਿਹਾ ਹੁਣ ਇੱਥੋਂ ਦਾ ਮੈਂਬਰ, ਇਹ ਬੰਦੇ ਨੇ ਇੰਨੀ ਸੇਵਾ ਕੀਤੀ, ਇੱਥੇ ਆਉਂਦਾ, ਗੁਰੂ ਘਰ ਦਾ ਨਿਤਨੇਮੀ ਹੈ, ਗੁਰੂ ਘਰ ਜਾ ਕੇ ਸੇਵਾ ਕਰਦਾ, ਇਹਨੂੰ ਦਿਓ ਆਪਣੇ ਮੈਂਬਰਸ਼ਿਪ। ਬਦੌੜ ਹੈ ਨਹੀਂ ਮਨੀ, ਕਿਉਂ ਮਨੀ? ਉਹਦਾ ਮਨੀ ਤੋਂ ਬਗੈਰ ਸਿੱਖ ਧਰਮ ਦੇ ਵਿੱਚ ਸੇਵਾ ਬਹੁਤ ਵੱਡਾ, ਪੈਸੇ ਨਾਲ ਵੀ ਬਹੁਤ ਵੱਡਾ ਜਿਹੜਾ ਤੁਹਾਡਾ ਨਿਸ਼ਕਾਮ ਸੇਵਾ ਜਿਹੜੀ ਹੈ ਜੀ ਰੋਕ ਕਰਦਾ ਸਿੰਘ, ਕਿਸੇ ਵੀ ਗੁਰਦੁਆਰੇ ਜਾ ਕਰਦਾ, ਉਹ ਉਸ ਗੁਰਦੁਆਰੇ ਦਾ ਮੈਂਬਰ ਬਣਨਾ ਚਾਹੀਦਾ। ਉਹਨੂੰ ਤਾਂ ਪੈਸੇ ਦੀ ਇੱਕ ਪੈਨੀ ਵੀ ਨਹੀਂ ਪੁੱਛਣੀ ਚਾਹੀਦੀ। ਪਰ ਬੁੱਟਰ ਸਾਹਿਬ ਨਾ ਦੋ ਆਪਾਂ ਨੂੰ ਕਨਸੈਪਟ ਵੱਖਰੇ ਆ। ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ, ਇਹ ਜਿਹੜੀਆਂ ਸਟੈਬਲਿਸ਼ਡ ਕਮੇਟੀਆਂ ਹੋ ਜਾਂਦੀਆਂ ਨੇ, ਉਹ ਬਿਲਕੁਲ ਮੈਂ ਤੁਹਾਡੇ ਵਾਲੀ ਗੱਲ ਕਹਿੰਦੀਆਂ ਨੇ ਉਹ ਸਾਨੂੰ ਵੀ ਸੇਵਾ ਕਰੋ, ਸੇਵਾ ਕਰਨ ਤੋਂ ਬਾਅਦ ਤੁਸੀਂ ਕਮੇਟੀ 'ਚ ਆਇਓ। ਜਦੋਂ ਉਹ ਕਮੇਟੀ 'ਚ ਆਏ ਹੁੰਦੇ ਆ, ਉਹਨਾਂ ਦੀ ਕਿੰਨੀ ਸੇਵਾ ਹੁੰਦੀ ਆ? ਨਹੀਂ, ਕਮੇਟੀ ਦੀ ਮੈਂਬਰਸ਼ਿਪ ਦੀ ਗੱਲ ਹੀ ਕਰਦਾ, ਕਮੇਟੀ ਤਾਂ ਬਾਅਦ ਦੀ ਗੱਲ ਹੈ। ਮੈਂਬਰਸ਼ਿਪ ਹੀ ਜਿਹੜੀ ਹੈ, ਇੰਸਟੈਡ ਆਫ ਕਿ ਮੈਂ ਪੈਸਾ ਨਾਲ ਲਾਇਆ ਜਾਵੇ। ਹੁਣ ਹਰੇਕ ਬੰਦਾ $2,000 $5,000 $500 ਦੇਣ ਦਾ ਵੀ ਸਮਰੱਥ ਨਹੀਂ ਹੈਗਾ। ਨਾਲੇ ਮੈਂ ਗੁਰੂ ਘਰ ਦੀ ਮੈਂਬਰਸ਼ਿਪ ਅੱਜ ਤੱਕ ਨਹੀਂ ਲਈ ਜੀ, ਕਿਸੇ ਗੁਰੂ ਘਰ ਦੀ ਮੈਂਬਰਸ਼ਿਪ ਨਹੀਂ ਲਈ, ਕਿਉਂਕਿ ਮੈਂਬਰਸ਼ਿਪ ਲੈ ਕੇ ਤੁਹਾਡੀ ਜੇ ਇੱਕ ਉਹਦੀ ਜਿਹੜੀ ਨਾ ਜੀ ਅਹਿਸਾਸ ਤੁਹਾਡੇ 'ਚ ਆਉਂਦਾ ਵੀ ਆਈ ਓਨ ਦਿਸ, ਜੋ ਮਰਜ਼ੀ ਹੈ। ਮੈਂਬਰਸ਼ਿਪ ਜਿਹੜਾ ਬੰਦਾ ਉੱਥੇ ਗੱਲ ਕਹਿੰਦਾ ਨਾ ਕਿ ਮੈਂ ਹੁਣ ਇੱਥੇ ਕਹਿ ਸਕਦਾ ਕੁਛ, ਇਟ ਮੀਨਸ ਉਹਦੀ ਓਨਰਸ਼ਿਪ ਉਹ ਮਹਿਸੂਸ ਕਰਦਾ ਕਿ ਮੈਂ ਹੁਣ ਮੈਂਬਰ ਹਾਂ, ਮੈਂ ਇਹਨੂੰ ਓਨ ਕਰਦਾ। ਜਿਹੜਾ ਕਨਸੈਪਟ ਹੈ, ਉਸ ਕਨਸੈਪਟ ਇੱਕ ਸਿੱਖੀ ਸਿਧਾਂਤ ਦੇ ਉਲਟ ਹੈ। ਜਾਂ ਤਾਂ ਇਹਨੂੰ ਫਾਈਨ ਟਿਊਨ ਕਰਕੇ ਇੱਕ ਇਸ ਤਰੀਕੇ ਨਾਲ ਬਣਾ ਲਿਆ ਜਾਵੇ ਜੀ ਕਿ ਜਿੱਦਾਂ ਅਦਾਲਤ 'ਚ ਹੁਣ ਉਹਨਾਂ ਨੇ ਕਿਹਾ ਹੀ ਹੈ, ਔਰ ਅਦਾਲਤ ਦਾ ਐਫੀਡੇਵਿਟ ਕਹਿੰਦਾ ਵੀ ਪ੍ਰਾਈਵੇਟ ਹੈ ਜੀ, ਇਹ 500-700 ਬੰਦਾ ਦਾ ਮੈਂਬਰ ਹੈ, ਦੇ ਓਨ ਦਿਸ ਗੁਰਦੁਆਰਾ ਆਪਣੀ ਮਰਜ਼ੀ ਨਾਲ ਚਲਾ ਰਿਹਾ ਜੀ। ਤੇ ਜਾਂ ਉਹਨੂੰ ਫਿਰ ਸੰਗਤ ਦਾ ਬਣਾਉਣਾ, ਤੇ ਫਿਰ ਤਾਂ ਬਹੁਤ ਵੱਡਾ ਕਨਸੈਪਟ ਹੈ। ਫਿਰ ਤਾਂ ਜਿਹੜੀਆਂ ਸਭਾ ਸਭਾਵਾਂ ਇਸ ਕਨਸੈਪਟ 'ਚ ਆਉਂਦੀਆਂ ਹੀ ਨਹੀਂ। ਫਿਰ ਤਾਂ ਇੱਕ ਕਮੇਟੀ ਉਦੋਂ ਤੱਕ ਬਣਨੀ ਚਾਹੀਦੀ ਜਦ ਤੱਕ ਗੁਰਦੁਆਰਾ ਇਹ ਬਣਿਆ ਨਹੀਂ। ਜਦੋਂ ਗੁਰਦੁਆਰਾ ਬਣ ਗਿਆ, ਉਹਦਾ ਇੱਕ ਵੱਖਰਾ ਤਰੀਕਾ, ਉਹਦੀ ਮੈਨੇਜਮੈਂਟ ਕਮੇਟੀ ਬਣ ਕੇ ਉਹਨੂੰ ਸੰਗਤ ਚਲਾਵੇ, ਸੰਗਤ ਰਨ ਕਰੇ। ਬਹੁਤ ਉਪਰਾਲੇ ਨੇ, ਅੜੀਆਂ ਲੜਾਈਆਂ ਝਗੜੇ ਕੰਟਰੋਲ ਸਭ ਕੁਝ ਮੁੱਕ ਜਾਏਗਾ ਜੀ। ਡਾਕਟਰ ਸਾਹਿਬ ਦੇਖੋ, ਸੇਮ ਹੀ ਸਿਸਟਮ ਆ। ਜੇ ਹੁਣ ਆਪਾਂ ਕਹਿੰਦੇ ਆ ਵੀ ਕੰਟਰੀ ਨੂੰ ਲੋਕ ਚਲਾਉਂਦੇ ਆ, ਹਾਂਜੀ, ਪਾਰਟੀਆਂ ਹੁੰਦੀਆਂ, ਲਿਬਰਲ ਆ ਗਈ ਜਾਂ ਜਿਹੜੀਆਂ ਵੱਖ-ਵੱਖ ਪਾਰਟੀਆਂ ਜਿੱਤਣ ਤੋਂ ਬਾਅਦ ਉਹ ਕੰਟਰੀ ਦੀ ਪਾਰਟੀ ਬਣ ਜਾਂਦੀ, ਪਾਰਟੀ
ਸਾਈਡ ਤੇ ਰਹਿ ਜਾਂਦੀ ਹੈ, ਸਰਕਾਰ ਬਣ ਜਾਂਦੀ ਹੈ। ਇਹ ਸਿਸਟਮ ਮੈਂ ਉਹੀ ਕਹਿ ਰਿਹਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਾਡਾ ਇਲੈਕਸ਼ਨ ਸਿਸਟਮ ਜਿਹੜਾ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਆ ਵੀ ਪੋਲੀਟੀਕਲ ਜਿਹੜੀਆਂ ਚੀਜ਼ਾਂ ਸਾਡੀਆਂ ਹੋਣੀਆਂ ਚਾਹੀਦੀਆਂ। ਹੁਣ ਮੈਂ ਤਾਂ ਕਹਿੰਦਾ ਜੇ ਰੌਲਾ ਹੀ ਇਹ ਆ ਇੱਕ ਤਾਂ ਇਲੈਕਸ਼ਨ ਹੋ ਜੇ, ਜਿਹੜੀ ਤੁਸੀਂ ਕਹਿੰਦੇ ਹੋ ਮੈਂਬਰਸ਼ਿਪ ਨਾ ਹੀ ਹੋਵੇ, ਚਾਹੇ ਲੋਕਾਂ ਨੂੰ ਡਰ ਤਾਂ ਹੋਵੇ ਨਾ, ਜਿਹੜੇ ਪ੍ਰਬੰਧਕ ਆ ਉੱਥੇ ਉਹਨਾਂ ਨੂੰ ਪਤਾ ਤਾਂ ਹੋਵੇ ਵੀ ਹਾਂ ਸਾਨੂੰ ਡਰ ਆ। ਹੁਣ ਜਿਹੜਾ ਮੈਂਬਰ ਵੀ ਕੀ ਕਰਨਗੇ ਜੀ, ਇਲੈਕਸ਼ਨ ਹੀ ਨਹੀਂ ਹੋਣੀ। ਤੁਸੀਂ ਗੱਲ ਸਮਝਦੇ, ਜੇ 500 ਮੈਂਬਰ ਵੀ ਬਣ ਗਿਆ, ਜੇ ਮੂਹਰਲੇ ਬੰਦਿਆਂ ਨੇ ਇਲੈਕਸ਼ਨ ਹੀ ਨਹੀਂ ਕਰਨੀ। ਔਰ ਮੈਂ ਇਹ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਫਰੈਂਕਲੀ ਦਿਲੋਂ ਕਹਿ ਰਿਹਾ, ਔਰ ਜਿਨ੍ਹਾਂ ਦਾ ਸਿੱਖੀ ਨਾਲ ਕਨਸੈਪਟ ਹੀ ਕੋਈ ਨਹੀਂ, ਜਿਹੜੇ ਹਰ ਰੋਜ਼ ਦਾਰੂ ਪੀਂਦੇ ਆ, ਉਹਨਾਂ ਅੱਗੇ ਮੈਂਬਰਸ਼ਿਪ ਫਾਰਮ ਲੈਣ ਜਾਂਦੇ ਆ ਗੁਰਸਿੱਖ ਬੰਦੇ। ਤੁਸੀਂ ਦੱਸੋ ਵੀ ਉਹਨਾਂ ਦਾ ਇੰਟਰਸਟ ਕੀ ਆ? ਅਸੀਂ ਆਉਣਾ ਹੁਣ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਾਂ ਇਲੈਕਸ਼ਨ ਕਮੇਟੀਆਂ ਦੇ ਵਿੱਚ ਉਹ ਬੰਦੇ ਆਉਣ, ਫਿਰ ਉਹ ਲੋਕਾਂ ਨੂੰ ਹਰਾਸਮੈਂਟ ਦੇਣ। ਹੁਣ ਇੱਕ ਸਾਬਕਾ ਪ੍ਰਧਾਨ ਹੈ ਇਸੇ ਗੁਰਦੁਆਰਾ ਸਾਹਿਬ। ਨਹੀਂ, ਇੱਕ ਮਿੰਟ, ਮੈਂ ਤੁਹਾਨੂੰ ਕਿਉਂਕਿ ਆਪਣੇ ਨੂੰ ਕੋਈ ਵੀ ਇੱਥੇ ਡਿਫੈਂਡ ਕਰਨੇ ਨੂੰ ਬੈਠਾ, ਜਰਨਲਾਈਜ਼ ਗੱਲ ਆਪਾਂ ਕਰ ਸਕਦੇ ਹਾਂ। ਹਾਂਜੀ, ਜਰਨਲਾਈਜ਼ ਗੱਲ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਓਵਰਆਲ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ। ਓਵਰਆਲ ਕਰ ਸਕਦੇ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਪਾਸਟ ਦੀ, ਕਿਸੇ ਪ੍ਰੈਜ਼ੀਡੈਂਟ ਦੀ। ਉਹਦਾ ਰੀਜ਼ਨ ਹੈ ਵੀ ਉਹ ਇੱਥੇ ਕਮੇਟੀ ਦਾ ਅਸੂਲ ਹੈ ਕਿ ਜੇ ਉਹ ਜਵਾਬ ਦੇਣ ਨੂੰ ਹੈਗੇ ਆ ਤਾਂ ਆਪਾਂ ਸਾਰੇ ਸਵਾਲ ਕਰ ਸਕਦੇ ਹਾਂ, ਜਦੋਂ ਨਹੀਂ ਹੈਗੇ ਤੇ ਆਪਾਂ ਵਨ ਤਰਫੀ ਉਹਨਾਂ ਦੇ ਗੱਲ ਨਹੀਂ ਕਰ ਸਕਦੇ। ਤੁਸੀਂ ਜਰਨਲਾਈਜ਼ ਦੀ ਪ੍ਰੈਕਟਿਸ ਤੁਹਾਡੀ ਬਿਲਕੁਲ ਹੈਗੀ। ਇੰਡੀਆ 'ਚ ਹੁਣ ਮੈਂ ਤੁਹਾਨੂੰ ਗੱਲ ਦੱਸਦਾ, ਇੱਥੇ ਇੱਕ ਬਹੁਤ ਵੱਡੇ ਅਕਾਲੀ ਲੀਡਰ ਆਏ, ਬੜੀ ਦੇਰ ਦੀ ਗੱਲ, ਮੇਰੇ ਕੋਲ ਰਿਕਾਰਡਿੰਗ ਵੀ ਪਈ ਹੋਣੀ ਹੈ। ਉਹ ਕਹਿੰਦੇ ਜੀ ਕਿ ਉੱਥੇ ਕਹਿੰਦੇ ਚੇਂਜ ਕਰਤਾ ਵੀ ਸਿਰਫ ਗੁਰਸਿੱਖ ਹੀ ਵੋਟ ਪਾ ਸਕਦਾ ਹੈ। ਹਾਂਜੀ, ਤੇ ਕਹਿੰਦੇ ਜੀ ਮੁੜ ਕੇ ਅਸੀਂ ਜਿੰਨੇ ਉੱਥੇ ਸਾਡੇ ਬਿਹਾਰੀ ਲੋਕ ਆਏ ਸਨ ਸਾਰਿਆਂ ਦੀਆਂ ਵੋਟਾਂ ਪਵਾਤੀਆਂ। ਇਹ ਤਾਂ ਸਾਡੇ ਜਿਹੜੀ ਜਿੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਜਿੱਥੇ ਇਹ ਸਿਚੁਏਸ਼ਨ ਆ, ਉੱਥੇ ਵੋਟ ਪਾਉਣ ਦਾ ਜਿਹੜਾ, ਅਗਰ ਤੁਸੀਂ ਉਹਨੂੰ ਇਕੱਲੇ ਗੁਰਸਿੱਖ ਤੱਕ ਕਰੋਗੇ ਤਾਂ ਵੀ ਉਹਦੀ ਮੁਸ਼ਕਿਲ ਹੈ। ਜਦੋਂ ਜਿਹੜੇ ਮਿਸਯੂਜ਼ ਕਰਨ ਵਾਲੇ ਲੋਕ ਹੋਣਗੇ ਉਹ ਮਿਸਯੂਜ਼ ਕਰਨਗੇ, ਤਾਂ ਇਹ ਤਾਂ ਮੁੱਢ ਤੋਂ ਤੁਰਿਆ ਆਉਂਦਾ। ਗੁਰਦੁਆਰੇ ਵਿੱਚ ਤਾਂ ਮੈਨੂੰ ਲੱਗਦਾ ਮੈਂਬਰਸ਼ਿਪ ਵੀ ਤੇ ਤੁਹਾਡੀ ਵੋਟ ਵੀ ਤੇ ਤੁਹਾਡਾ ਵੋਟ ਪਾਉਣ ਦਾ ਹੱਕ ਵੀ ਬਹੁਤ ਇੱਕ ਅਧਿਆਤਮਿਕ ਚਾਹੀਦਾ, ਰੂਹਾਨੀ ਚਾਹੀਦਾ, ਤੁਹਾਡੇ ਅੰਦਰੋਂ ਚਾਹੀਦਾ। ਕਿਸੇ ਨੂੰ ਪ੍ਰਧਾਨ ਬਣਾਉਣ ਲਈ ਨਹੀਂ ਚਾਹੀਦਾ ਜਾਂ ਕਿਸੇ ਨੂੰ ਗੱਦੀ ਤੇ ਲਾਉਣ ਲਈ ਨਹੀਂ ਚਾਹੀਦਾ। ਇੱਥੇ ਹੀ ਅਸੀਂ ਮਾਰ ਖਾਂਦੇ, ਕਿਸੇ ਨੂੰ ਆਮ ਇਲੈਕਸ਼ਨ ਵਾਂਗ ਲੈ ਲਿਆ। ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦਾ ਚੋਣ ਹੋਣੀ ਜਾਂ ਉਦੋਂ ਬਦਲਾਅ ਹੋਣਾ ਬਹੁਤ ਰੂਹਾਨੀ ਗੱਲ ਹੈ। ਇਹ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੀ ਹੈ। ਬਿਲਕੁਲ ਜੀ। ਇੱਕ ਪੋਲੀਟੀਕਲ ਪਾਰਟੀ ਟਰੂਡੋ ਸਾਹਿਬ ਜਾਂ ਮੋਦੀ ਸਾਹਿਬ ਨਾਲ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ। ਇਟਸ ਬਿਯੋਂਡ ਦੈਟ। ਅਸੀਂ ਇੱਕ ਉਸ ਜਗ੍ਹਾ ਦੀ ਆਪਾਂ ਇੱਕ ਕਮੇਟੀ ਚੁਣਨੀ ਹੈ ਜਿੱਥੇ ਸਾਡਾ ਇਸ਼ਟ ਹੈ, ਜਿੱਥੇ ਜਾ ਕੇ ਅਸੀਂ ਸਾਰੇ ਜ਼ਿੰਦਗੀ ਦੇ ਫੈਸਲੇ, ਹਰ ਇੱਕ ਬੰਦਾ ਦੁੱਖ 'ਚ ਵੀ ਸੁੱਖ 'ਚ ਵੀ ਉੱਥੇ ਅਰਦਾਸ ਕਰਨ ਜਾਂਦਾ ਹੈ। ਉੱਥੇ ਬੰਦਾ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਕਰਾਉਣ ਜਾਂਦਾ ਹੈ। ਉੱਥੇ ਆਪਾਂ ਇਹਨੂੰ ਦੁਨਿਆਵੀ ਇਲੈਕਸ਼ਨਾਂ ਨਾਲ ਨਹੀਂ ਜੋੜ ਸਕਦੇ। ਔਰ ਅੱਜ ਦਾ ਸਾਡਾ ਦੁਖਾਂਤ ਹੀ ਸਭ ਤੋਂ ਵੱਡਾ ਇਹ ਆ ਕਿ ਇਸ ਨੂੰ ਇਦਾਂ ਲੱਗਾ ਵੀ ਇਹ ਪੋਲੀਟੀਕਲ ਗੇਮ ਹੈ, ਜਿਹੜਾ ਮਰਜ਼ੀ ਪ੍ਰਧਾਨ ਬਣ ਜਾਵੇ, ਜਿਹੜਾ ਮਰਜ਼ੀ ਲਾ ਦਈਏ। ਬੁੱਟਰ ਸਾਹਿਬ, ਬਿਲਕੁਲ ਮੈਂ ਤੁਹਾਡੇ ਨਾਲ 110% ਸਹਿਮਤ ਹਾਂ, ਪਰ ਇਹ ਕਾਰਨ ਤਾਂ ਬਣਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਸਿਸਟਮ ਦੇ ਵਿੱਚ ਲੋਕ ਹੀ ਉਹ ਆ ਗਏ ਜਿਹੜੇ ਸਿਸਟਮ ਨੂੰ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਮੋਰਲ ਆਪਾਂ ਨੂੰ ਲੱਗਦਾ ਵੀ ਤੁਸੀਂ, ਤੁਹਾਡੀ ਆਤਮਾ ਜਦ ਕਹਿੰਦੀ, ਆਪਾਂ ਤਾਂ ਕਹਿੰਦੇ ਆ ਫ੍ਰੀ ਆਫ ਕਾਸਟ ਹੋਣੀ ਚਾਹੀਦੀ ਹੈ ਮੈਂਬਰਸ਼ਿਪ। ਹੁਣ ਜਿਹੜੇ ਬੰਦੇ ਕਮੇਟੀ 'ਚ ਬੈਠੇ ਆ ਉਹ ਗੁਰਸਿੱਖ ਨੇ, ਉਹ ਕਹਿ ਰਿਹਾ ਵੀ $5100 ਲਿਆਓ ਮੈਂਬਰਸ਼ਿਪ। ਹਾਲਾਂਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪੈਸਾ ਨਹੀਂ ਪਾਇਆ। ਗੁਰਦੁਆਰਾ ਸਾਹਿਬ ਜਦੋਂ ਬਣਿਆ, ਆਮ ਸਿੱਖ ਸੰਗਤਾਂ ਨੇ ਉਹਦਾ ਪੈਸਾ, ਉਹ ਮੈਂਬਰ ਵੀ ਨਹੀਂ ਸੀ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਪੈਸੇ ਦਿੱਤੇ। ਫਿਰ ਆਪਾਂ ਉੱਥੇ ਹੀ ਜਾ ਰਹੇ ਹਾਂ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਿਸਟਮ ਨੂੰ ਚੇਂਜ ਕਰ ਰਹੇ ਹਾਂ। ਕੱਲ ਨੂੰ ਸਾਡੀ ਸਲੇਟ ਆਉਂਦੀ ਆ, ਅਸੀਂ ਤਾਂ ਹਮੇਸ਼ਾ ਹੀ ਵਾਅਦਾ ਕੀਤੇ ਆ ਆਪਾਂ ਫ੍ਰੀ ਆਫ ਕਾਸਟ ਕਰਨੀ ਆ ਦੀ ਮੈਂਬਰਸ਼ਿਪ। ਬਿਲਕੁਲ ਆਪਾਂ ਕਰਾਂਗੇ ਦੀ ਫ੍ਰੀ ਆਫ ਕਾਸਟ। ਗੁਰਜੋਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਸਤੇ ਜੀ। ਬੜੀ ਖੁੱਲੀ ਵਿਚਾਰਾਂ ਹੋਈਆਂ ਨੇ। ਤੇ ਅੰਤ ਦੇ ਵਿੱਚ ਪੁੱਟ ਸਾਹਿਬ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕੱਲ ਵਾਲੀ ਡੇਟ ਖਾਤਰ, ਜਿਹੜਾ ਮੇਨ ਪਰਪਸ ਸੀ। ਤੁਹਾਡਾ ਥੈਂਕ ਯੂ ਆ, ਤੁਸੀਂ ਇਹ ਡਿਟੇਲ ਸਾਨੂੰ ਗੱਲਾਂ ਕਰਨ ਦਾ ਮੌਕਾ ਦਿੱਤਾ। ਪਰ ਕੱਲ ਨੂੰ ਅਸੀਂ ਅਰੇਂਜਮੈਂਟ ਕੀਤਾ, ਕਈ ਸਾਡੇ ਜਿਹੜੇ ਕਮਿਊਨਿਟੀ ਦੇ ਬੰਦੇ ਆ ਉਹ ਆਪ ਨੈਟ ਤੇ ਨਹੀਂ ਜਾ ਸਕਦੇ। ਅਲਬਰਟਾ ਕੋਰਟ ਦੀ ਜਿਹੜੀ ਵੈਬਸਾਈਟ ਆ ਉਹਦਾ ਤਾਂ ਤੁਸੀਂ ਉੱਥੇ ਜਾ ਕੇ ਇਹ ਪਬਲਿਕ ਹੀਅਰਿੰਗ ਬਾਤ ਕਰ ਸਕਦੇ ਹੋ ਨਾ ਜੀ। ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ 780 237 3174 ਤੇ ਜਾਂ 587 991 9210 ਤੇ ਫੋਨ ਕਰਿਓ। ਅਸੀਂ ਰਾਈਡ ਦਾ ਪ੍ਰਬੰਧ ਵੀ ਕੀਤਾ, ਅਸੀਂ ਸਕਰੀਨ ਲਾ ਕੇ ਕੋਸ਼ਿਸ਼ ਕੀਤੀ ਆ, ਸਾਰੀਆਂ ਗਾਈਡਲਾਈਨਸ ਨੂੰ ਫਾਲੋ ਕੀਤਾ ਕੋਰਟ ਦੀਆਂ ਨੂੰ, ਉਹਦਾ ਪ੍ਰਬੰਧ ਕੀਤਾ ਵੀ ਅਸੀਂ ਸੰਗਤਾਂ ਨੂੰ ਦਿਖਾ ਸਕੀਏ ਵੀ ਐਕਚੁਅਲ ਹੈ ਕੀ ਆ ਉੱਥੇ, ਕੀ ਦੋਨਾਂ ਪਾਸਿਓਂ ਜਿਹੜਾ ਹੁੰਦੀ ਆ, ਕੀ ਪੱਖ ਰੱਖੇ ਜਾਂਦੇ। ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਅੱਜ ਬੋਲ ਕੇ ਚੱਲਿਆ, ਪਤਾ ਨਹੀਂ ਕੀ ਸੱਚ ਆ ਕੀ ਝੂਠ ਆ, ਅਸੀਂ ਉਹਦਾ ਪ੍ਰਬੰਧ ਕੀਤਾ ਵੀ ਸੰਗਤਾਂ ਨੂੰ ਪਤਾ ਲੱਗੇ। ਉਹ ਜ਼ਰੂਰ ਇਸ ਗੱਲ ਤੇ ਸਾਡੇ ਨਾਲ ਕੰਟੈਕਟ ਕਰਨ ਤੇ ਅਸੀਂ ਚਾਹੁੰਦੇ ਆ ਵੀ ਸੰਗਤਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ। ਮੈਂ ਨੰਬਰ ਇੱਕ ਵਾਰੀ ਫੇਰ ਦੁਬਾਰਾ ਅਨਾਉਂਸ ਕਰ ਦੇਣਾ। ਰਾਈਡ ਦਾ ਵੀ ਪ੍ਰਬੰਧ ਆ ਸਾਡਾ, ਉੱਥੇ ਚਾਹ ਪਾਣੀ ਦਾ, ਪਕੌੜਿਆਂ ਦਾ, ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕੀਤਾ ਸਾਰੇ ਡੇ ਲਈ। ਪੂਰਾ ਵਧੀਆ ਪ੍ਰਬੰਧ ਆ ਜੀ, ਯੂਥ ਵੱਲੋਂ ਕੀਤਾ ਗਿਆ। ਮੇਰਾ ਨੰਬਰ ਆ ਜੀ 780 237 3174। ਸਰਦਾਰ ਸੋਹਣ ਸਿੰਘ ਹੋਣਾ ਦਾ ਨੰਬਰ ਆ ਜੀ 587 991 9210। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡਾ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਪਸ ਆਉਣੇ ਜੀ ਇੱਕ ਬ੍ਰੇਕ ਤੋਂ ਬਾਅਦ।